ਤੈਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 103 ਤੇ ਉੱਤੋਂ 6 ਪੰਗਤੀਆਂ ਛੱਡ ਕੇ ਹੈ। ਮਾਝ ਮਹਿਲਾ ਪੰਜਵਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੂਖ ਭਇਆ ਦੁਖ ਦੂਰ ਪੁਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਇ ਨ ਜਾਏ ਜੀਓ। ਦਇਆ ਧਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤਿਭਾਰੇ। ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀਓ। ਇਹਨੂੰ ਅਘਾਏ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ। ਇਹਨੂੰ ਪੜ੍ਹਨਾ ਅਗਾਏ। ਸਗਲੇ ਤ੍ਰਿਪਤ ਅਗਾਏ ਜੀਓ। ਵਣ ਤ੍ਰਿਣ ਤ੍ਰਿਭਵਨ, ਕੀ ਤੋਨ ਹਰਿਆ। ਕਰਨਹਾਰ ਖਿਨ ਭੀਤਰ ਕਰਿਆ। ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਏ ਜੀਓ। ਪੰਚਮ ਪਾਤਸ਼ਾਹ ਕਹਿੰਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਹੇ ਪਰਮਾਤਮਾ, ਜਿਹੜੀ ਤੇਰੀ ਬਾਣੀ ਹੈ ਇਹ ਤੇ ਅੰਮ੍ਰਿਤ ਹੈ। ਸੁਣ ਸੁਣ ਹੋਵੇ ਪਰਮਗਤ ਮੇਰੀ। ਤੇਰੀ ਬਾਣੀ ਸੁਣ ਸੁਣ ਕੇ ਮੇਰੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ। ਪਰਮਗਤ ਸਭ ਤੋਂ ਉੱਚੀ ਆਤਮਿਕ ਅਵਸਥਾ ਨੂੰ ਪਰਮਗਤ ਕਹਿੰਦੇ। ਤੇਰੀ ਅੰਮ੍ਰਿਤਮਈ ਬਾਣੀ ਨੂੰ ਸੁਣ ਕੇ ਮੇਰੀ ਉੱਚੀ ਤੋਂ ਉੱਚੀ ਅਵਸਥਾ ਹੋ ਜਾਂਦੀ ਹੈ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰੂ ਦੇ ਦਰਸ਼ਨ ਕਰਕੇ ਜਿਹੜੇ ਮਨ ਦੀ ਜਲਨ ਸੀ, ਜੋ ਮਾਨਸਿਕ ਦੁੱਖ ਸੀ, ਉਹ ਖਤਮ ਹੋ ਗਿਆ। ਸੀਤਲ ਹੋਏ ਮਨੁਆ, ਮਨੁਆ ਮੈਨੇ ਮਨ, ਤੇ ਮਨ ਠੰਡਾ ਠਾਰ ਹੋ ਗਿਆ ਹੈ। ਸਤਿਗੁਰ ਕਾ ਦਰਸ਼ਨ ਪਾਏ ਜੀ। ਜਦੋਂ ਗੁਰੂ ਦੇ ਦਰਸ਼ਨ ਕੀਤੇ, ਸੂਖ ਭਇਆ ਦੁਖ ਦੂਰ ਪੁਰਾਨਾ। ਸੰਤ ਰਸਨ ਹਰ ਨਾਮ ਵਖਾਨਾ। ਸੰਤ ਭਾਵ ਗੁਰੂ ਨੇ, ਰਸਨ ਰਸਨਾ ਨਾਲ। ਜਦੋਂ ਗੁਰੂ ਮਹਾਰਾਜ ਨੇ ਰਸਨਾ ਦੇ ਨਾਲ ਹਰ ਨਾਮ ਵਖਾਨਾ, ਹਰੀ ਦਾ ਨਾਮ ਜਪਿਆ, ਸੂਖ ਪਿਆ ਦੁੱਖ ਦੂਰ ਪੁਰਨ। ਜਿਨ੍ਹੇ ਫਿਰ ਉਹ ਨਾਮ ਸੁਣਿਆ, ਉਹਨੂੰ ਸੁੱਖ ਦੀ ਪ੍ਰਾਪਤੀ ਹੋਈ, ਉਹਦਾ ਦੁੱਖ ਦੂਰ ਹੋ ਗਿਆ। ਦੂਰ ਪੁਰਾਨਾ ਦੂਰ ਹੋ ਗਿਆ। ਸੋ ਨਾਮ ਸੁਣਨ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਦੂਰ ਹੁੰਦੇ ਨੇ। ਇਸ ਲਈ ਨਾਮ ਜਪਣਾ ਚਾਹੀਦਾ, ਸੁਣਨਾ ਚਾਹੀਦਾ ਹੈ। ਜਲ ਥਲ ਨੀਰ ਭਰੇ ਸਰ ਸੁਭਰ, ਬਿਰਥਾ ਕੋਇ ਨਾ ਜਾਏ ਜੀਓ। ਜਦੋਂ ਕਦੇ ਗੁਰੂ ਮਹਾਰਾਜ ਨੇ ਰਸਨਾ ਦੇ ਨਾਲ ਨਾਮ ਜਪਿਆ, ਜਿਵੇਂ ਪਾਣੀ, ਜਦੋਂ ਮੀਂਹ ਪੈਂਦਾ, ਨੀਰ ਪਾਣੀ ਹੁੰਦਾ, ਪਾਣੀ ਦੇ ਨਾਲ ਸਾਰੀਆਂ ਥਾਵਾਂ ਸੁਭਰ ਚੰਗੀ ਤਰ੍ਹਾਂ ਭਰ ਜਾਂਦੀਆਂ ਹਨ। ਚਾਹੇ ਉਹ ਸਰੋਵਰ ਹੈ, ਚਾਹੇ ਸੁੱਕੀ ਧਰਤੀ ਹੈ। ਔਰ ਕਹਿੰਦਾ ਜੀ ਜਲ ਥਲ ਹੋ ਗਿਆ ਹੈ। ਜਦੋਂ ਵਰਖਾ ਹੁੰਦੀ ਹੈ ਤਾਂ ਜਲ ਥਲ ਹੋ ਜਾਂਦਾ, ਸਾਰੀਆਂ ਥਾਵਾਂ ਪਾਣੀ ਨਾਲ ਭਰੀਆਂ ਜਾਂਦੀਆਂ ਹਨ। ਬਿਰਥਾ ਕੋਇ ਨਾ ਜਾਏ ਜੀਓ। ਜਾਏ ਹੁੰਦੀ ਥਾਂ, ਅਤੇ ਕੋਈ ਥਾਂ ਪਾਣੀ ਤੋਂ ਖਾਲੀ ਨਹੀਂ ਰਹਿੰਦੀ। ਇਸੇ ਤਰ੍ਹਾਂ ਜਦੋਂ ਗੁਰੂ ਮਹਾਰਾਜ ਰਸਨਾ ਦੇ ਨਾਲ ਨਾਮ ਜਪਦੇ ਨੇ, ਜਿਹੜਾ ਫਿਰ ਉਹਨਾਂ ਨੂੰ ਸੁਣਦਾ ਹੈ, ਐਂ ਹੁੰਦਾ ਉਹ ਨਾਮ ਅੰਮ੍ਰਿਤ ਨਾਲ ਭਰ ਗਿਆ ਹੈ। ਜਿਵੇਂ ਸੰਸਾਰਿਕ ਮੀਂਹ ਪੈਣਾ ਸਭ ਥਾਵਾਂ ਭਰ ਜਾਂਦੀਆਂ ਨੇ, ਇਸ ਤਰ੍ਹਾਂ ਮਨ ਜਿਹੜਾ ਹੈ ਇਹ ਨਾਮ ਅੰਮ੍ਰਿਤ ਨਾਲ ਭਰ ਜਾਂਦਾ ਹੈ।
ਦਇਆ ਧਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤਿਪਾਰੇ। ਪਰਮਾਤਮਾ ਜਦੋਂ ਦਇਆ ਕਰਦਾ ਹੈ, ਦਇਆ ਧਾਰੀ ਤਿਨ ਸਿਰਜਨਹਾਰੇ, ਸ੍ਰਿਸ਼ਟੀ ਨੂੰ ਬਣਾਉਣ ਵਾਲਾ। ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ, ਜੀ ਜੰਤ ਸਗਲੇ ਪ੍ਰਤਿਪਾਰੇ, ਉਹਨੇ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕੀਤੀ। ਪਰਮਾਤਮਾ ਕਿਰਪਾ ਕਰਦਾ ਹੈ, ਫਿਰ ਜੀਵਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜੀ। ਪਰਮਾਤਮਾ ਜੋ ਕਿਰਪਾਲੂ ਹੈ, ਜੋ ਦਿਆਲੂ ਹੈ, ਜਦੋਂ ਮਿਹਰਬਾਨ ਹੁੰਦਾ ਤਾਂ ਉਹਦੇ ਨਾਮ ਦੇ ਨਾਲ ਫਿਰ ਸਾਰੇ ਤ੍ਰਿਪਤ ਹੋ ਜਾਂਦੇ ਨੇ, ਅਗਾਏ ਰੱਜ ਜਾਂਦੇ ਨੇ। ਮਨ ਕਰਕੇ ਤ੍ਰਿਪਤ ਹੋ ਜਾਂਦੇ ਨੇ, ਮਨ ਕਰਕੇ ਰੱਜ ਜਾਂਦੇ ਨੇ, ਕਿਉਂਕਿ ਮਨ ਹਮੇਸ਼ਾ ਭੁੱਖਾ ਰਹਿੰਦਾ ਹੈ। ਇਹ ਕਹਿੰਦਾ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ, ਇਹ ਰੱਜਿਆ ਨਹੀਂ ਕਰਦਾ। ਇਹ ਰਾਜਦਾ ਪਰਮਾਤਮਾ ਦੇ ਨਾਮ ਨਾਲ। ਕਰੋੜਾਂ ਅਰਬਾਂ ਪੈਸਾ ਕੋਲ ਕਿਉਂ ਨਾ, ਮਨ ਫਿਰ ਵੀ ਨਹੀਂ ਰਾਜਦਾ ਹੈ। ਮਨ ਨਾਮ ਜਪਣਾ ਰਾਜਦਾ ਹੈ। ਸੋ ਜਦੋਂ ਫਿਰ ਪਰਮਾਤਮਾ ਮਿਹਰਬਾਨ ਹੁੰਦਾ ਹੈ, ਦਇਆ ਕਰਦਾ ਹੈ, ਫਿਰ ਸਾਰੇ ਜਿਹੜੇ ਤ੍ਰਿਪਤ ਹੋ ਜਾਂਦੇ ਨੇ, ਸਭ ਦੇ ਮਨ ਰੱਜ ਜਾਂਦੇ ਹਨ। ਵਣ ਤ੍ਰਿਣ ਤ੍ਰਿਭਵਨ ਕੀ ਤੂਨ ਹਰਿਆ, ਕਰਨਹਾਰ ਖਿਨ ਭੀਤਰ ਕਰਿਆ। ਕਰਨਹਾਰ ਪਾ ਪਰਮਾਤਮਾ, ਖਿਨ ਮੈਨੇ ਥੋੜ੍ਹੇ ਜਿਹੇ ਸਮੇਂ 'ਚ ਭੀਤਰ ਵਿੱਚ। ਪਰਮਾਤਮਾ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਵਣ ਤ੍ਰਿਣ ਤ੍ਰਿਭਵਨ, ਸਾਰੀ ਬਨਸਪਤੀ ਅਤੇ ਇਹਨਾਂ ਤਿੰਨਾਂ ਭਵਨਾਂ ਨੂੰ ਕੀਤਨ ਹਰਿਆ ਭਰਿਆ ਕਰ ਦਿੱਤਾ ਹੈ। ਪਰਮਾਤਮਾ ਨੂੰ ਦੇਰ ਨਹੀਂ ਲੱਗਦੀ, ਉਹ ਤੇ ਖਿਨ ਭੀਤਰ ਇੱਕ ਕਸ਼ਣ ਵਿੱਚ, ਇੱਕ ਸੈਕੰਡ ਦੇ ਵਿੱਚ ਉਹ ਸਭ ਨੂੰ ਹਰਿਆ ਭਰਿਆ ਕਰ ਦਿੰਦਾ ਹੈ। ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਏ ਜੀ। ਜਿਹੜਾ ਗੁਰਮੁਖ ਹੁੰਦਾ ਹੈ, ਤਿਸੈ ਅਰਾਧੇ, ਉਸ ਪਰਮਾਤਮਾ ਦੀ ਅਰਾਧਨਾ ਕਰਦਾ ਹੈ, ਮਨ ਕੀ ਆਸ ਪੁਜਾਏ ਜੀ, ਅਤੇ ਉਹਦੇ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ। ਨਾਮ ਜਪਣ ਨਾਲ ਹੀ ਮਨ ਦੀ ਇੱਛਾ ਪੂਰੀ ਹੁੰਦੀ ਹੈ। ਜਦੋਂ ਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਫਿਰ ਤਾਂ ਸਭ ਇੱਛਾ ਆਪਣੇ ਆਪ ਹੀ ਪੂਰੀਆਂ ਹੁੰਦੀਆਂ, ਫਿਰ ਤਾਂ ਸਾਰੀ ਇੱਛਾ ਆਪਣੇ ਆਪ ਹੀ ਪੂਰੀ ਹੁੰਦੀ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰ। ਜਦੋਂ ਪਰਮਾਤਮਾ ਦੀ ਪ੍ਰਾਪਤੀ, ਸਾਰੀ ਇੱਛਾ ਹੀ ਪੂਰੀਆਂ ਨੇ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ। ਉਂਝ ਨਾਮ ਜਪਣ ਨਾਲ ਸਾਡੀ ਇੱਛਾ ਪੂਰੀ ਹੁੰਦੀ ਹੈ। ਸਿਰਫ ਇੰਨੇ ਕੋਈ ਇੱਛਾ ਜਾਇਜ਼ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਫਲਾਣਾ ਮਰ ਜੇ ਜੀ ਅਤੇ ਉਹਦੇ ਲਈ ਪਾਠ ਕਰੀ ਜਾਓ, ਇਸ ਤਰ੍ਹਾਂ ਨਹੀਂ। ਇਹ ਪਰਮਾਤਮਾ ਨੂੰ ਅੱਛਾ ਨਹੀਂ ਲੱਗਦਾ। ਆਪਣੇ ਫਾਇਦੇ ਲਈ ਜੋ ਵੀ ਮਨੁੱਖ ਇੱਛਾ ਰੱਖਦਾ ਹੈ, ਉਹ ਫਿਰ ਪਰਮਾਤਮਾ ਦੀ ਸਮਾਂ ਪਾ ਕੇ ਪੂਰੀ ਕਰ ਦਿੰਦਾ ਹੈ। ਜੇ ਪਰਮਾਤਮਾ ਸਮਝੇ ਕਿ ਜਿਹੜੀ ਇਹਦੀ ਇੱਛਾ ਹੈ ਇਹਨੂੰ ਬਾਅਦ 'ਚ ਨੁਕਸਾਨ ਪਹੁੰਚਾਏਗੀ, ਕਈ ਵਾਰੀ ਪਰਮਾਤਮਾ ਪੂਰੀ ਨਹੀਂ ਕਰਦਾ। ਵੀ ਇਹ ਬੰਦਾ ਮੇਰਾ ਨਾਮ ਜਪਣ ਵਾਲਾ ਹੈ, ਜੇ ਮੈਂ ਇਹਦੀ ਇੱਛਾ ਪੂਰੀ ਕਰਤੀ, ਇਹ ਤਾਂ ਜੋ ਇਹਨੂੰ ਪ੍ਰਾਪਤ ਹੋਏਗਾ ਉਹ ਨਾਮ ਦੇ ਵਿੱਚ ਰੁਕਾਵਟ ਪਾ ਦੇਗਾ, ਫਿਰ ਤਾਂ ਨੁਕਸਾਨ ਹੋਏਗਾ। ਇਸ ਲਈ ਕਈ ਵਾਰੀ ਇੱਛਾ ਹੀ ਨਹੀਂ ਪੂਰੀ ਕਰਦਾ। ਕਈ ਵਾਰੀ ਬੰਦਾ ਪੁੱਤਰ ਮੰਗੀ ਜਾਂਦਾ, ਮੰਗੀ ਜਾਂਦਾ, ਪਰਮਾਤਮਾ ਇੱਛਾ ਪੂਰੀ ਨਹੀਂ ਕਰਦਾ। ਕਈ ਵਾਰੀ ਪਤਾ ਵੀ ਜਿਹੜਾ ਇਹਦੇ ਘਰ ਪੁੱਤਰ ਹੋਣੇ ਉਹ ਕਪੱਤਾ ਹੋਣੇ, ਇਹਨੂੰ ਭਜਨ ਬੰਦਗੀ ਕਰਨੀ ਨਹੀਂ ਦੇਣੀ। ਜਿਵੇਂ ਇੱਕ ਮਾਂ ਮੇਰੇ ਕੋਲ ਆਉਂਦੀ ਹੁੰਦੀ 5-6 ਮਹੀਨਿਆਂ ਬਾਅਦ, ਕਹਿੰਦੇ ਬਾਬਾ ਜੀ ਮੈਨੂੰ ਇਹ ਦੱਸੋ ਮੇਰਾ ਪੁੱਤਰ ਮਰੇਗਾ ਕਦੋਂ। ਦੇਖੋ, ਇੱਕੋ ਇੱਕ ਮਾਂ ਆਈ ਜਿਹੜੀ ਕਿ ਬਾਬਾ ਜੀ ਮੈਨੂੰ ਇਹ ਦੱਸੋ ਮੇਰਾ ਪੁੱਤਰ ਮਰੇਗਾ ਕਦੋਂ। ਮੈਂ ਜੀ ਅਜੇ ਤਾਂ ਨਹੀਂ ਮਰਦਾ। ਉਹ ਵਿਚਾਰੀ ਅਫਸੋਸ ਨਾਲ ਚਲੀ ਜਾਂਦੀ। ਫਿਰ 5-6 ਮਹੀਨੇ ਬਾਅਦ ਆ ਜੀ, ਬਾਬਾ ਜੀ ਮੇਰਾ ਪੁੱਤਰ ਕਦੋਂ ਮਰੇਗਾ। ਭਾਵ ਇੰਨੀ ਦੁਖੀ ਹੈ ਆਪਣੇ ਪੁੱਤਰ ਤੋਂ। ਜਦੋਂ ਪੈਦਾ ਹੋਇਆ ਹੋਏਗਾ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਹੋਣਗੀਆਂ, ਬੜੇ ਢੋਲ ਟਮੱਕੇ ਕਿਤੇ, ਬੜੇ ਸ਼ਰਾਬਾਂ ਪਿਲਾਈਆਂ ਗਈਆਂ ਹੋਣਗੀਆਂ ਲੋਕਾਂ ਨੂੰ। ਪਰ ਇਹ ਨਹੀਂ ਪਤਾ ਕਿ ਜੋ ਅਸੀਂ ਮੰਗ ਰਹੇ ਹਾਂ ਇਹ ਸਾਡੇ ਲਈ ਨੁਕਸਾਨਦਾਇਕ ਹੋਵੇਗਾ।
ਪਰ ਭਜਨ ਬੰਦਗੀ ਕਰਨ ਵਾਲਾ ਜਿਹੜਾ ਬੰਦਾ ਹੈ, ਪਰਮਾਤਮਾ ਦੀ ਜਾਇਜ਼ ਮੰਗ ਮੰਨਦਾ ਹੈ। ਉਹ ਮੰਗ ਜਿਸ ਨਾਲ ਉਹਦਾ ਬਾਅਦ 'ਚ ਨੁਕਸਾਨ ਹੋਵੇ ਉਹ ਨਹੀਂ ਮੰਨਦਾ ਉਹਦੀ। ਇਸ ਲਈ ਸਾਨੂੰ ਅਫਸੋਸ ਨਹੀਂ ਕਰਨਾ ਚਾਹੀਦਾ ਵੀ ਮੈਂ ਜੀ ਬੜੇ ਪਾਠ ਕੀਤੇ, ਪਰਮਾਤਮਾ ਮੇਰੀ ਗੱਲ ਕਿਉਂ ਨਹੀਂ ਮੰਨੀ। ਸੋ ਗੁਰੂ ਮਹਾਰਾਜ ਕਹਿੰਦੇ, ਗੁਰਮੁਖ ਨਾਨਕ ਤਿਸੈ ਅਰਾਧੇ, ਮਨ ਕੀ ਆਸ ਪੁਜਾਏ ਦੀ। ਜਿਹੜਾ ਗੁਰਮੁਖ ਹੁੰਦਾ ਹੈ ਉਸ ਪਰਮਾਤਮਾ ਦੀ ਅਰਾਧਨਾ ਕਰਦਾ ਅਤੇ ਪਰਮਾਤਮਾ ਉਹਦੇ ਮਨ ਦੀ ਇੱਛਾ ਪੂਰੀ ਕਰ ਦਿੰਦਾ ਹੈ। ਮਾਝ ਮਹਿਲਾ ਪੰਜਵਾਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਉ। ਤੁਮਰੀ ਕਿਰਪਾ। ਜਦੋਂ ਕੱਕੇ ਦੇ ਪੈਰ 'ਚ ਰਾਰਾ ਹੋਵੇ ਉਦੋਂ ਹਿੰਦੀ ਦਾ ਸ਼ਬਦ ਹੁੰਦਾ ਹੈ ਅਤੇ ਇਹਦਾ ਉਚਾਰਨ ਹੁੰਦਾ ਕਿਰਪਾ। ਜਦੋਂ ਰਾਰਾ ਪੂਰਾ ਹੋਵੇ ਉਦੋਂ ਪੰਜਾਬੀ ਦਾ ਸ਼ਬਦ ਹੁੰਦਾ ਅਤੇ ਉਹਦਾ ਉਚਾਰਨ ਹੁੰਦਾ ਕਿਰਪਾ। ਹੁਣ ਇਹਨੂੰ ਤੁਮਰੀ ਕਿਰਪਾ ਨਹੀਂ ਪੜ੍ਹਨਾ, ਤੁਮਰੀ ਕਿਰਪਾ ਤੇ ਤੁਧ ਪਛਾਣ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਨ। ਜਦੋਂ ਤੂੰ ਆ ਜਾਏ ਫਿਰ ਅੱਗੇ ਹੈ ਨਹੀਂ ਹੁੰਦਾ, ਹੈ ਹੁੰਦਾ। ਤੂੰ ਹੈ ਮੇਰਾ ਮਨ, ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਉ। ਜੀ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਸਭ ਕਿਛ ਕੀਤਾ ਤੇਰਾ ਹੋਵੇ, ਨਾਹੀਂ ਕਿਛ ਅਸਾੜਾ ਜੀਉ। ਨਾਮ ਧਿਆਏ ਮਹਾ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤਲਾਇਆ। ਗੁਰ ਪੂਰੈ ਵੱਜੀ ਵਧਾਈ, ਨਾਨਕ ਜਿਤਾ ਬਿਖਾੜਾ ਜੀਉ। ਪੰਜਮ ਪਾਤਸ਼ਾਹ ਕਹਿੰਦੇ ਵੀ ਹੇ ਪਰਮਾਤਮਾ, ਤੂੰ ਮੇਰਾ ਪਿਤਾ ਹੈ, ਤੂੰ ਮੇਰੀ ਮਾਂ ਹੈ। ਬੰਧਪ ਰਿਸ਼ਤੇਦਾਰ ਨੂੰ ਕਹਿੰਦੇ ਨੇ, ਤੂੰ ਮੇਰਾ ਬੰਧਪ, ਤੂੰ ਮੇਰਾ ਰਿਸ਼ਤੇਦਾਰ ਹੈ। ਭਰਾਤਾ ਭਰਾ ਨੂੰ ਕਹਿੰਦੇ ਨੇ, ਤੂੰ ਮੇਰਾ ਭਰਾਤਾ, ਤੂੰ ਮੇਰਾ ਭਰਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈਂ, ਤੂੰ ਸਾਰੇ ਥਾਵਾਂ 'ਤੇ ਮੇਰੀ ਰਖਵਾਲੀ ਕਰਦਾ ਹੈ। ਤਾਂ ਭਉ ਕੇਹਾ ਕਾੜਾ ਜੀਉ। ਭਉ ਹੁੰਦਾ ਡਰ ਅਤੇ ਕਾੜਾ ਹੁੰਦੀ ਚਿੰਤਾ। ਤਾਂ ਮੈਨੂੰ ਫਿਰ ਕਾਹਦਾ ਡਰ ਅਤੇ ਕਾਹਦੀ ਚਿੰਤਾ। ਹੁਣ ਜਿਹਦਾ ਪਿਤਾ, ਜਿਹਦੀ ਮਾਤਾ, ਜਿਹਦਾ ਰਿਸ਼ਤੇਦਾਰ, ਜਿਹਦਾ ਭਰਾ ਪਰਮਾਤਮਾ ਹੋਵੇ, ਉਹਨੂੰ ਕਾਹਦੀ ਚਿੰਤਾ। ਹੁਣ ਨਾ ਕਿਸੇ ਦਾ ਡਰ, ਨਾ ਕਦੀ ਚਿੰਤਾ, ਕਿਉਂਕਿ ਸਭ ਥਾਵਾਂ 'ਤੇ ਪਰਮਾਤਮਾ ਦੀ ਰੱਖਿਆ ਕਰਦਾ ਹੈ। ਤੁਮਰੀ ਕਿਰਪਾ ਤੇ ਤੁਧ ਪਛਾਣ। ਹੇ ਪਰਮਾਤਮਾ, ਤੇਰੀ ਕਿਰਪਾ ਨਾਲ ਹੀ ਤੇਰੀ ਪਹਿਚਾਣ ਹੁੰਦੀ ਹੈ। ਜੇ ਤੂੰ ਕਿਰਪਾ ਨਾ ਕਰੇ, ਸਾਰੀ ਉਮਰ ਬੰਦਾ ਲੱਗਾ ਰਹਿੰਦਾ, ਪਰਮਾਤਮਾ ਨੂੰ ਜਾਣ ਨਹੀਂ ਸਕਦਾ। ਉਹਦੀ ਕਿਰਪਾ ਹੁੰਦੀ ਹੈ। ਤੂੰ ਮੇਰੀ ਓਟ, ਤੂੰ ਹੈ ਮੇਰਾ ਮਨ। ਤੈਨੂੰ ਹੀ ਮੇਰਾ ਓਟ ਆਸਰਾ, ਮੈਨੂੰ ਤੇਰਾ ਓਟ ਆਸਰਾ ਹੈ। ਤੂੰ ਮੇਰੀ ਓਟ, ਤੂੰ ਮੇਰੇ ਲਈ ਓਟ ਆਸਰਾ ਹੈ। ਤੂੰ ਹੈ ਮੇਰਾ ਮਨ, ਤੂੰ ਮੇਰਾ ਮਾਣ ਹੈ, ਆਦਰ ਮਾਣ ਹੈ। ਭਾਵ ਮੈਨੂੰ ਤੇਰੇ 'ਤੇ ਮਾਣ ਹੈ, ਮੈਂ ਤੇਰੀ ਹੀ ਓਟ ਲੈਂਦਾ ਹਾਂ। ਤੁਝ ਬਿਨ ਦੂਜਾ ਅਵਰ ਨਾ ਕੋਈ। ਤੇਰੇ ਤੋਂ ਬਿਨਾਂ ਹੋਰ ਕੋਈ ਤੇਰੇ ਵਰਗਾ ਹੈ ਹੀ ਨਹੀਂ। ਸਭ ਤੇਰਾ ਖੇਲ ਅਖਾੜਾ ਜੀਓ। ਇਹ ਸਾਰਾ ਸੰਸਾਰ ਅਖਾੜਾ, ਇਹ ਤਾਂ ਸੰਸਾਰ ਤੋਂ ਭਾਵ ਹੈ। ਇਹ ਸਾਰਾ ਸੰਸਾਰ ਤੇਰਾ ਖੇਲ ਹੈ। ਕਿਤੇ ਲਿਖਿਆ ਸੰਸਾਰ ਤੇਰਾ ਤਮਾਸ਼ਾ ਹੈ। ਇਹ ਸਭ ਉਸੇ ਦਾ ਹੀ ਖੇਲ ਹੈ। ਜੀ ਜੰਤ ਸਭ ਤੁਧ ਉਪਾਏ। ਇਹ ਸਾਰੇ ਜੀਵ ਜੰਤੂ ਹੈ ਪਰਮਾਤਮਾ ਤੂੰ ਹੀ ਪੈਦਾ ਕੀਤੇ ਨੇ। ਜਿਤ ਜਿਤ ਭਾਣਾ ਤਿਤ ਤਿਤ ਲਾਏ। ਜਿਸ ਜਿਸ ਪਾਸੇ ਤੈਨੂੰ ਚੰਗਾ ਲੱਗਾ ਉਸ ਪਾਸੇ ਤੂੰ ਜੀਵਾਂ ਨੂੰ ਲਾ ਦਿੱਤਾ ਹੈ। ਅਸੀਂ ਨੇ ਆਪਣੀ ਮਰਜ਼ੀ ਨਾਲ ਨਹੀਂ ਲੱਗੇ, ਸਾਨੂੰ ਪਰਮਾਤਮਾ ਨੇ ਇਸ ਪਾਸੇ ਲਾਇਆ ਹੋਇਆ ਹੈ। ਕਿਉਂਕਿ ਇਹ ਸੰਸਾਰ ਇੱਕ ਖੇਲ ਹੈ ਅਤੇ ਖੇਲ 'ਚ ਚੰਗੇ ਵੀ ਹੁੰਦੇ ਅਤੇ ਮੰਦੇ ਵੀ ਹੁੰਦੇ ਨੇ, ਹਰ ਪ੍ਰਕਾਰ ਦੇ ਹੁੰਦੇ ਨੇ।
ਪਰਮਾਤਮਾ ਜਿਸ ਜਿਸ ਪਾਸੇ ਜੀਵ ਨੂੰ ਲਾਉਂਦਾ ਉਸੇ ਉਸੇ ਪਾਸੇ ਜੀਵ ਲੱਗਾ ਹੋਇਆ। ਸਭ ਕੁਛ ਕੀਤਾ ਤੇਰਾ ਹੋਵੇ, ਜੋ ਕੁਛ ਵੀ ਹੁੰਦਾ ਤੇਰਾ ਕੀਤਾ ਹੀ ਹੁੰਦਾ। ਨਾ ਹੀ ਕਿਛ ਅਸਾੜਾ ਜੀਓ, ਅਸਾੜਾ ਮੈਨੇ ਸਾਡਾ ਕੀਤਿਆਂ ਦੇ ਹੁੰਦਾ ਹੀ ਨਹੀਂ ਹੈ। ਮਨੁੱਖ ਬਹੁਤ ਕੁਛ ਕਰਨਾ ਚਾਹੁੰਦਾ ਹੈ, ਪਰ ਹੁੰਦਾ ਉਹੀ ਹੈ ਜੋ ਉਸ ਨੂੰ ਮਨਜ਼ੂਰ ਹੈ, ਜੋ ਉਸ ਨੂੰ ਮਨਜ਼ੂਰ ਹੈ। ਇਸੇ ਲਈ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਦੀ ਰਜ਼ਾ 'ਚ ਰਹਿੰਦੇ ਨੇ। ਉਹਨੂੰ ਪਤਾ ਹੋਣਾ ਤਾਂ ਉਹੀ ਹੈ ਜੋ ਉਹਨੇ ਕਰਨਾ, ਅਤੇ ਮੈਨੂੰ ਔਖੇ ਹੋਣ ਦੀ ਕੀ ਲੋੜ ਹੈ। ਉਹਦੀ ਰਜ਼ਾ, ਇਸ ਲਈ ਉਹਦੀ ਰਜ਼ਾ 'ਚ ਰਹਿੰਦੇ ਨੇ। ਸਾਨੂੰ ਹੁੰਦਾ ਵੀ ਸ਼ਾਇਦ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਹੋ ਜਾਏ, ਉਸ ਤਰ੍ਹਾਂ ਹੁੰਦਾ ਨਹੀਂ, ਇਸ ਲਈ ਸਾਨੂੰ ਦੁੱਖ ਹੁੰਦਾ ਹੈ। ਇਹ ਸਾਨੂੰ ਦੁੱਖ ਇਸੇ ਲਈ ਹੁੰਦਾ ਹੈ ਕਿ ਅਸੀਂ ਚਾਹਿਆ ਅਸੀਂ ਜਿਵੇਂ ਅਸੀਂ ਚਾਹੁੰਦੇ ਉਵੇਂ ਹੋਵੇ, ਉਵੇਂ ਹੁੰਦਾ ਨਹੀਂ ਹੈ। ਬ੍ਰਹਮ ਗਿਆਨੀ ਨੂੰ ਪਤਾ ਹੁੰਦਾ ਕਿ ਹੋਣਾ ਤਾਂ ਉਹੀ ਹੈ ਜੋ ਉਹਨੇ ਕਰਨਾ, ਇਸ ਲਈ ਉਹ ਨਿਸ਼ਚਿੰਤ ਰਹਿੰਦਾ ਵੀ ਜੋ ਉਹਨੇ ਕਰਨਾ ਉਹਨੇ ਕਰਨਾ ਹੀ ਕਰਨਾ। ਉੱਥੇ ਫਿਰ ਸਾਡਾ ਜ਼ੋਰ ਨਹੀਂ ਚੱਲਦਾ ਹੈਗਾ। ਇਸ ਲਈ ਕਿ ਸਾਡਾ ਤਾਂ ਕੁਛ ਨਹੀਂ ਹੈ। ਨਾਮ ਧਿਆਏ ਮਹਾਂ ਸੁਖ ਪਾਇਆ, ਜਿਹੜਾ ਫਿਰ ਨਾਮ ਜਪਦਾ ਨਾ ਉਹਨੂੰ ਮਹਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਹਰ ਗੁਣ ਗਾਏ ਮੇਰਾ ਮਨ ਸੀਤਲਾਏ, ਕਦੇ ਮੈਂ ਨਾਮ ਜਪਿਆ ਅਤੇ ਮਹਾਨ ਸੁੱਖ ਦੀ ਪ੍ਰਾਪਤੀ ਕਰ ਲਈ। ਹਰੀ ਦੇ ਗੁਣ ਗਾ ਕੇ ਮੇਰਾ ਮਨ ਸੀਤਲ ਹੋ ਗਿਆ ਹੈ, ਠੰਡਾ ਠਾਰ ਹੋ ਗਿਆ। ਨਾਮ ਧਿਆਉਣ ਨਾਲ ਮਹਾਨ ਸੁੱਖ ਦੀ ਪ੍ਰਾਪਤੀ ਹੋਈ। ਹਰੀ ਦੇ ਗੁਣ ਗਾ ਕੇ ਮੇਰਾ ਮਨ ਸ਼ਾਂਤ ਹੋ ਗਿਆ, ਸੀਤਲ ਹੋ ਗਿਆ, ਠੰਡਾ ਠਾਰ ਹੋ ਗਿਆ। ਗੁਰ ਪੂਰੈ ਵੱਜੀ ਵਧਾਈ, ਨਾਨਕ ਜਿੱਤਾ ਬਿਖੜਾ ਜੀਓ। ਜਦੋਂ ਗੁਰੂ ਮਹਾਰਾਜ ਕਹਿੰਦੇ ਅਸੀਂ ਇਹ ਬਿਖਾੜਾ ਦੋ ਸ਼ਬਦਾਂ ਤੋਂ ਬਣੇ, ਬਿਖ ਅਖਾੜਾ, ਜ਼ਹਿਰ ਦਾ ਅਖਾੜਾ, ਭਾਵ ਕਾਮ ਕ੍ਰੋਧ ਲੋਭ ਮੋਹ ਦਾ ਅਖਾੜਾ ਹੈ ਇਹ ਸੰਸਾਰ। ਕਹਿੰਦੇ ਅਸੀਂ ਜਿਹੜਾ ਜਦੋਂ ਇਸ 'ਤੇ ਜਿੱਤ ਪ੍ਰਾਪਤ ਕਰ ਲਈ, ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜ਼ਹਿਰ ਨੂੰ ਆਪਣੇ ਵੱਸ 'ਚ ਕਰ ਲੈਣਾ, ਗੁਰ ਪੂਰੈ ਵੱਜੀ ਵਧਾਈ, ਪੂਰੇ ਗੁਰੂ ਨੇ ਸਾਨੂੰ ਵਧਾਈ ਦਿੱਤੀ। ਪੂਰੇ ਗੁਰੂ ਸਾਨੂੰ ਵਧਾਈ ਦਿੱਤੀ ਕਿ ਸ਼ਾਬਾਸ਼ ਵੀ ਤੇਰੇ, ਤੂੰ ਜਿਹੜਾ ਹੈ ਬਿਖ ਅਖਾੜਾ ਜਿੱਤ ਲਿਆ। ਮਾਝ ਮਹਿਲਾ ਪੰਜਵਾਂ। ਜੀ ਪ੍ਰਾਣ ਪ੍ਰਭ ਮਨੈ ਆਧਾਰਾ, ਭਗਤ ਜੀਵੇਂ ਗੁਣ ਗਾਏ ਅਪਾਰਾ। ਗੁਣ ਨਿਧਾਨ ਅੰਮ੍ਰਿਤ ਹਰ ਨਾਮ, ਹਰ ਧਿਆਏ ਧਿਆਏ ਸੁਖ ਪਾਇਆ ਜੀਓ। ਮਨਸ਼ਾ ਧਾਰ ਜੋ ਘਰ 'ਤੇ ਆਵੇ, ਮਨਸਾ ਜਾਂ ਮਨਸ਼ਾ ਇੱਕੋ ਹੀ ਗੱਲ। ਮਨਸ਼ਾ ਧਾਰ ਜੋ ਘਰ 'ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀਓ। ਅਗੰਮ, ਇਹਨੂੰ ਅਗਮ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਇਹ ਗੱਗੇ ਦੀ ਟਿੱਪੀ ਲਾ ਕੇ ਬੋਲਿਆ ਜਾਏਗਾ। ਅਗੰਮ ਅਗੋਚਰ ਕਿਛ ਮਿਤ ਨਹੀਂ ਜਾਣੀ, ਸਾਧਿਕ ਸਿੱਧ ਧਿਆਵੇਂ ਗਿਆਨੀ। ਖੁਦੇ ਮਿਟੇ ਚੂਕਾ ਭੁਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਇਹਨੂੰ ਪੜ੍ਹਨਾ ਆਨੰਦ, ਆਨੰਦ ਨਹੀਂ ਪੜ੍ਹਨਾ, ਨੰਨੇ ਦੀ ਟਿੱਪੀ ਲਾ ਕੇ ਪੜ੍ਹਨਾ। ਆਨੰਦ ਮੰਗਲ ਕਲਿਆਣ ਨਿਧਾਨ। ਤੁਸੀਂ ਕਹੋ ਟਿੱਪੀ ਕਿਉਂ ਨਹੀਂ ਲਾਈ ਗੁਰੂ ਮਹਾਰਾਜ ਨੇ? ਉਹ ਐ ਨਾ ਜੇ ਟਿੱਪੀ ਲਾਉਂਦੇ ਸੀ ਫਿਰ ਕੀਰਤਨ ਠੀਕ ਨਹੀਂ ਸੀ ਹੁੰਦਾ। ਕਵਿਤਾ ਦੇ ਆਪਣੇ ਇੱਕ ਨਿਯਮ ਹੁੰਦੇ ਨੇ, ਇਸ ਦੇ ਵਿੱਚ ਸਮਤੋਲ ਬਿਠਾਉਣਾ ਪੈਂਦਾ ਹੈ, ਲਗਾ ਮਾਤਰਾ ਦਾ ਖਿਆਲ ਰੱਖਣਾ ਪੈਂਦਾ ਵਾਧੇ ਘਾਟੇ ਦਾ, ਇਸ ਕਰਕੇ ਕਈ ਵਾਰੀ ਨਹੀਂ ਲਾਇਆ ਜਾਂਦਾ। ਆਨੰਦ ਮੰਗਲ ਕਲਿਆਣ ਨਿਧਾਨ, ਸੁਖ ਸਹਿਜ ਹਰ ਨਾਮ ਵਖਾਨਾ। ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਘਰ ਮਹਿ ਆਇਆ ਜੀਓ।
ਪੰਚਮ ਪਾਤਸ਼ਾਹ ਕਹਿੰਦੇ ਜੀ ਪ੍ਰਾਨ ਬ੍ਰਹਮਨੇ ਆਧਾਰ। ਪਰਮਾਤਮਾ ਜਿਹੜਾ ਹੈ ਇਹ ਜਿੰਦ ਦਾ, ਪ੍ਰਾਣਾ ਦਾ, ਮਨ ਦਾ ਆਧਾਰ ਹੈ। ਆਧਾਰ ਹੁੰਦਾ ਜਿਸ ਦੇ ਆਸਰੇ ਕੋਈ ਚੀਜ਼ ਖੜੀ ਹੈ, ਟਿਕੀ ਹੋਈ ਹੈ। ਸੋ ਪਰਮਾਤਮਾ ਜਿਹੜਾ ਹੈ ਸਾਡੀ ਜੀ ਜਿੰਦ, ਪ੍ਰਾਣ, ਮਨ ਦਾ ਆਧਾਰਾ ਹੈ, ਓਟ ਆਸਰਾ ਹੈ। ਭਗਤ ਜੀਵੇਂ ਗੁਣ ਗਾਏ ਅਪਾਰਾ। ਅਪਾਰਾ ਮੰਦ ਜਿਹਦਾ ਪਰਲਾ ਬੰਨਾ ਨੇ ਬੇਅੰਤ। ਜਿਹੜੇ ਭਗਤ ਨੇ ਉਸ ਬੇਅੰਤ ਪਰਮਾਤਮਾ ਦੇ ਗੁਣ ਗਾ ਕੇ ਜਿਉਂਦੇ ਹਨ, ਕਿਉਂਕਿ ਭਗਤਾਂ ਦਾ ਜੀਵਨ ਤਾਂ ਸਿਰਫ ਭਗਤੀ ਹੀ ਹੈ। ਜਿਵੇਂ ਆਪਾਂ ਰੋਟੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਸ ਤਰ੍ਹਾਂ ਭਗਤ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਲਈ ਜਿਹੜੇ ਭਗਤ ਨੇ ਉਹ ਪਰਮਾਤਮਾ ਦੇ ਗੁਣ ਗਾ ਕੇ ਜਿਉਂਦੇ ਹਨ। ਗੁਣ ਨਿਧਾਨ ਅੰਮ੍ਰਿਤ ਹਰ ਨਾਮ। ਹਰੀ ਦਾ ਜਿਹੜਾ ਨਾਮ ਹੈ ਇਹ ਗੁਣਾਂ ਦਾ ਖਜ਼ਾਨਾ ਹੈ ਅਤੇ ਅੰਮ੍ਰਿਤ ਹੈ। ਅੰਮ੍ਰਿਤ ਹੁੰਦਾ ਜਿਹੜਾ ਮਨੁੱਖ ਨੂੰ ਅਮਰ ਕਰ ਦੇਵੇ, ਕਿਉਂਕਿ ਪਰਮਾਤਮਾ ਦਾ ਨਾਮ ਹੀ ਮਨੁੱਖ ਦੇ ਨਾਮ ਨੂੰ ਅਮਰ ਕਰਦਾ ਹੈ। ਇੱਕ ਵਾਰੀ ਦਸਮ ਪਾਤਸ਼ਾਹ ਦਾ ਦਰਬਾਰ ਲੱਗਾ। ਇੱਕ ਸਿੰਘ ਖੜਾ ਹੋ ਗਿਆ ਕਿ ਸੱਚੇ ਪਾਤਸ਼ਾਹ, ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਮਰਨ ਤੋਂ ਬਾਅਦ ਨੂੰ ਲੋਕ ਬਹੁਤ ਸਮਾਂ ਯਾਦ ਰੱਖਣ। ਦੱਸੋ ਅਸੀਂ ਕੀ ਕਰੀਏ? ਕੀ ਕੋਈ ਖੂਹ ਲਵਾਈਏ? ਕੀ ਕੋਈ ਧਰਮਸ਼ਾਲਾ ਬਣਾਈਏ? ਕੀ ਕੋਈ ਸਰੋਵਰ ਬਣਾਈਏ? ਕੀ ਕੋਈ ਲੰਗਰ ਲਾਈਏ? ਜਿਸ ਕਰਕੇ ਸਾਨੂੰ ਮਗਰੋਂ ਦੁਨੀਆ ਯਾਦ ਰੱਖੇ। ਦਸਮ ਪਾਤਸ਼ਾਹ ਕਹਿੰਦੇ ਤੁਸੀਂ ਕਬੀਰ ਸਾਹਿਬ ਦਾ ਨਾਮ ਸੁਣੇ? ਕਹਿੰਦੇ ਹਾਂਜੀ। ਕਹਿੰਦੇ ਕੋਈ ਦੱਸੋ ਵੀ ਕਬੀਰ ਸਾਹਿਬ ਦੇ ਵੇਲੇ ਰਾਜਾ ਕਿਹੜਾ ਸੀ ਹਿੰਦੁਸਤਾਨ ਦਾ? ਉਹ ਕੋਈ ਵੀ ਨਹੀਂ ਦੱਸ ਸਕਿਆ। ਗੁਰੂ ਮਹਾਰਾਜ ਕਹਿੰਦੇ ਦੇਖੋ ਕਬੀਰ ਸਾਹਿਬ ਇੱਕ ਗਰੀਬ ਜੁਲਾਹੇ ਸਨ, ਉਹਦਾ ਨਾਮ ਤੁਸੀਂ ਸਾਰੇ ਜਾਣਦੇ ਹੋ। ਜਿਹੜਾ ਸਾਰੇ ਦੇਸ਼ ਦਾ ਰਾਜਾ ਸੀ ਉਹਦਾ ਤੁਸੀਂ ਨਾਮ ਨਹੀਂ ਜਾਣਦੇ। ਕਬੀਰ ਸਾਹਿਬ ਦਾ ਨਾਮ ਕਿਉਂ ਜਾਣਦੇ ਹੋ? ਕਿਉਂਕਿ ਉਹਨੇ ਨਾਮ ਜਪਿਆ। ਇਸ ਲਈ ਕਹਿੰਦੇ ਭਾਈ ਜੇ ਤੁਸੀਂ ਚਾਹੁੰਦੇ ਹੋ ਨਾ ਲੋਕ ਮਗਰੋਂ ਤੁਹਾਨੂੰ ਯਾਦ ਕਰਨ, ਫਿਰ ਨਾਮ ਜਪਿਆ ਕਰੋ। ਨਾਮ ਹੀ ਮਨੁੱਖ ਨੂੰ ਅਮਰ ਕਰਦਾ ਹੈ। ਇਸ ਲਈ ਇਹਨੂੰ ਕਹਿੰਦੇ ਅੰਮ੍ਰਿਤ। ਗੁਣ ਨਿਧਾਨ ਅੰਮ੍ਰਿਤ ਹਰ ਨਾਮ। ਹਰੀ ਦਾ ਜਿਹੜਾ ਨਾਮ ਹੈ ਇਹ ਗੁਣਾਂ ਦਾ ਖਜ਼ਾਨਾ ਹੈ, ਕਿਉਂਕਿ ਨਾਮ ਜਪਣ ਨਾਲ ਬੰਦੇ ਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ। ਇਹ ਮਨੁੱਖ ਗੁਣਵਾਨ ਹੋ ਜਾਂਦਾ। ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਜਿਹੜੇ ਰੱਬੀ ਗੁਣ ਨੇ ਉਹ ਤੁਹਾਡੇ ਵਿੱਚ ਪੈਦਾ ਹੋਈ ਜਾਣਗੇ। ਇੱਕ ਦਿਨ ਤੁਸੀਂ ਗੁਣਵਾਨ ਹੋ ਜਾਓਗੇ, ਤੁਸੀਂ ਬੇਅੰਤ ਗੁਣਾਂ ਦੇ ਮਾਲਕ ਹੋ ਜਾਓਗੇ ਅਤੇ ਨਾਲੇ ਤੁਹਾਡਾ ਨਾਮ ਅਮਰ ਹੋ ਜਾਏਗਾ। ਇਸ ਕਰਕੇ ਹਰੀ ਦਾ ਜਿਹੜਾ ਨਾਮ ਹੈ ਇਹ ਗੁਣਾਂ ਦਾ ਖਜ਼ਾਨਾ ਹੈ, ਇਹ ਤਾਂ ਅੰਮ੍ਰਿਤ ਹੈ। ਹਰ ਧਿਆਏ ਧਿਆਏ ਸੁਖ ਪਾਇਆ ਜੀ। ਅਤੇ ਫਿਰ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਨਾਲੇ ਉਹ ਗੁਣਵਾਨ ਹੋ ਜਾਂਦਾ। ਸੁਖੀ ਹੁੰਦਾ ਕੌਣ ਹੈ? ਜੋ ਗੁਣਵਾਨ ਹੈ। ਜਿਹੜਾ ਔਗਣੇ ਆ ਰਿਹਾ ਉਹ ਤਾਂ ਸੁਖੀ ਹੋ ਹੀ ਨਹੀਂ ਸਕਦਾ। ਚੋਰ, ਡਾਕੂ, ਲਟੇਰੇ, ਠੱਗ, ਬਦਮਾਸ਼ ਇਹ ਕਦੇ ਸੁਖੀ ਹੋ ਸਕਦੇ ਨੇ? ਇਹ ਤਾਂ ਔਗਣੇ ਆ ਰਹੇ ਨੇ। ਗੁਣਵਾਨ ਬੰਦੇ ਹੀ ਸੁਖੀ ਹੁੰਦੇ ਨੇ। ਪਰਮਾਤਮਾ ਦੇ ਨਾਮ ਨਾਲ ਅੰਦਰ ਗੁਣ ਪੈਦਾ ਹੁੰਦੇ ਨੇ। ਗੁਣਾਂ ਕਰਕੇ ਬੰਦਾ ਸੁਖੀ ਹੋ ਜਾਂਦਾ। ਇਸ ਲਈ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਨਸਾ ਧਾਰ ਜੋ ਘਰ 'ਤੇ ਆਵੇ। ਮਨਸਾ ਧਾਰ ਦਾ ਇੱਛਾ ਲੈ ਕੇ ਆਪਾਂ ਗੁਰੂ ਦੇ ਦਰ 'ਤੇ ਇੱਛਾ ਲੈ ਕੇ ਜਾਂਦੇ, ਉੱਥੇ ਮੱਥਾ ਟੇਕ ਕੇ ਬੇਨਤੀ ਕਰਦੇ ਹਾਂ। ਕਈ ਵਾਰੀ ਅਸੀਂ ਮੱਥਾ ਨਹੀਂ ਟੇਕਦੇ, ਸਿੱਧੀ ਬੇਨਤੀ ਕਰਨੀ ਸ਼ੁਰੂ ਕਰ ਦਿੰਦੇ। ਨਹੀਂ, ਜਿਵੇਂ ਤੁਸੀਂ ਆਫੀਸਰ ਕਿਸੇ ਨੂੰ ਮਿਲਣ ਗਏ ਹੋ, ਪਹਿਲਾਂ ਉਹਨੂੰ ਤੁਸੀਂ ਨਮਸਕਾਰ ਕਰਦੇ ਹੋ, ਗੁੱਡ ਮਾਰਨਿੰਗ ਕਰਦੇ ਹੋ, ਸਤਿ ਸ੍ਰੀ ਅਕਾਲ, ਫਤਿਹ ਬੁਲਾਉਂਦੇ ਹੋ, ਫਿਰ ਆਪਣੀ ਬੇਨਤੀ ਉਹਦੇ ਅੱਗੇ ਰੱਖਦੇ ਹੋ। ਇਸ ਤਰ੍ਹਾਂ ਸਿੱਖ ਦਾ ਫਰਜ਼ ਬਣਦਾ ਪਹਿਲਾਂ ਮੱਥਾ ਟੇਕੋ ਗੁਰੂ ਮਹਾਰਾਜ ਨੂੰ,
ਮੱਥਾ ਟੇਕਣ ਦੇ ਬਾਅਦ ਖਲੋ ਕੇ ਜੋ ਮੰਗਣਾ ਮੰਗੋ, ਕਿਉਂਕਿ ਸਿੱਖ ਨੇ ਗੁਰੂ ਤੋਂ ਹੀ ਮੰਗਣਾ। ਮੰਗਣਾ ਮਨਾ ਨਹੀਂ ਹੈ, ਪਰ ਇਹ ਨਹੀਂ ਕਿ ਸਿੱਧਾ ਹੀ ਮੰਗਣਾ ਸ਼ੁਰੂ ਕਰ ਦਿਓ। ਗੁਰੂ ਮਹਾਰਾਜ ਕਹਿੰਦੇ ਚੰਗਾ ਮੇਰਾ ਸਿੱਖ ਹੈ, ਨਾ ਕੋਈ ਸਤਿ ਸ੍ਰੀ ਅਕਾਲ ਹੈ, ਨਾ ਕੋਈ ਮੱਥਾ, ਨਾ ਕੋਈ ਫਤਿਹ, ਆ ਕੇ ਮੰਗਣਾ ਸ਼ੁਰੂ ਕਰਤਾ। ਅੱਗੇ ਤੋਂ ਖਿਆਲ ਰੱਖਣਾ। ਕਈ ਵਾਰ ਆਪਾਂ ਨੂੰ ਕਈ ਗੱਲਾਂ ਦਾ ਪਤਾ ਨਹੀਂ ਹੁੰਦਾ ਹੈ। ਜਿਹੜੇ ਮੇਰੀ ਕਥਾ ਸੁਣ ਰਹੇ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਜਾਓ, ਪਹਿਲਾਂ ਮੱਥਾ ਟੇਕੋ ਗੁਰੂ ਮਹਾਰਾਜ ਨੂੰ, ਫਿਰ ਖਲੋ ਕੇ ਦੋਨੋਂ ਹੱਥ ਜੋੜ ਕੇ ਜੋ ਮੰਗਣਾ ਹੈ ਮੰਗੋ। ਆਪਾਂ ਸੰਤਾਂ ਮਹਾਤਮਾ ਕੋਲ ਵੀ ਜਾਂਦੇ ਹਾਂ, ਜਾਂ ਆਪਾਂ ਜਾ ਕੇ ਪਹਿਲਾਂ ਫਤਿਹ ਬੁਲਾਉਂਦੇ ਹਾਂ। ਚਲੋ ਕਈ ਲੋਕ ਕਹਿੰਦੇ ਜੀ ਮੱਥਾ ਨਹੀਂ ਟੇਕਣਾ ਚਾਹੀਦਾ ਮਹਾਂਪੁਰਖਾਂ ਨੂੰ, ਤਾਂ ਫਤਿਹ ਤਾਂ ਬੁਲਾਉਣੀ ਕਿ ਨਹੀਂ? ਪਹਿਲਾਂ ਫਤਿਹ ਬੁਲਾਓ ਜਾਂ ਮੱਥਾ ਟੇਕੋ, ਉਸ ਤੋਂ ਬਾਅਦ ਫਿਰ ਬੇਨਤੀ ਕਰੋ। ਇਹ ਅਸੂਲ ਹੈ। ਸੋ ਅੱਗੇ ਤੋਂ ਖਿਆਲ ਰੱਖਣਾ ਜੀ। ਕਈ ਵਾਰੀ ਆਪਾਂ ਨੂੰ ਆਦਤ ਪਈ ਹੁੰਦੀ ਹੈ, ਆਦਤ ਨੂੰ ਬਦਲਣ 'ਤੇ ਥੋੜ੍ਹਾ ਟਾਈਮ ਲੱਗਦਾ। ਕਦੇ ਆਪਾਂ ਨੂੰ ਯਾਦ ਆ ਜਾਇਆ ਕਰੇਗਾ ਮੇਰੀ ਗੱਲ, ਕਦੇ ਨਹੀਂ ਆਇਆ ਕਰੇਗੀ। ਜਿੱਦੇ ਤੇ ਯਾਦ ਰਹੇਗੀ ਉਹਦੇ ਜਾ ਕੇ ਪਹਿਲਾਂ ਮੱਥਾ ਟੇਕੋਗੇ ਤੁਸੀਂ, ਅਤੇ ਫਿਰ ਬੇਨਤੀ ਕਰੋਗੇ। ਜੇ ਮੇਰੀ ਗੱਲ ਭੁੱਲ ਗਈ, ਜਾਂਦੇ ਹੀ ਬੇਨਤੀ ਕਰਨ ਲੱਗ ਜਾਓ, ਬਾਅਦ 'ਚ ਮੱਥਾ ਟੇਕੋਗੇ। ਅਜਿਹਾ ਨਹੀਂ ਕਰਨਾ, ਪਹਿਲਾਂ ਮੱਥਾ ਟੇਕਣਾ ਫਿਰ ਬੇਨਤੀ ਕਰਨੀ। ਇਸ ਲਈ ਮਨਸਾ ਧਾਰ ਜੋ ਘਰ 'ਤੇ ਆਵੇ, ਜੋ ਇੱਛਾ ਰੱਖ ਕੇ ਬੰਦਾ ਘਰ ਤੋਂ ਆਉਂਦਾ ਗੁਰੂ ਕੋਲੇ, ਸਾਧ ਸੰਗ ਜਨਮ ਮਰਨ ਮਿਟਾਵੇ। ਇੱਕ ਤਾਂ ਉਹਦੀ ਇੱਛਾ ਪੂਰੀ ਹੁੰਦੀ ਹੈ, ਦੂਜਾ ਸਤ ਸੰਗਤ ਕਰਦਾ, ਸਾਧ ਸੰਗ ਗੁਰੂ ਦੀ ਸੰਗਤ ਕਰਦਾ, ਉਹਦਾ ਜੰਮਣ ਮਰਨ ਖਤਮ ਹੋ ਜਾਂਦਾ। ਕਿਉਂ? ਜਦੋਂ ਗੁਰੂ ਦੀ ਸੰਗਤ ਕਰਦਾ, ਸਾਰੇ ਮਾੜੇ ਕੰਮ ਛੱਡ ਦਿੰਦਾ ਹੈ। ਦੇਖੋ ਗੁਰੂ ਮਹਾਰਾਜ ਜਾਣੀ ਜਾਣ ਨੇ। ਇਹ ਨਾ ਸੋਚੋ ਕਿ ਇਹ ਪੁਸਤਕ ਹੈ, ਧਾਰਮਿਕ ਗ੍ਰੰਥ ਹੈ, ਇਹ ਤਾਂ ਬੇਜਾਣ ਹੈ, ਇਹਨੂੰ ਕੀ ਪਤਾ ਲੱਗਦਾ ਹੈ। ਆ ਜਿਹੜੇ ਗੋਲਕਾਂ 'ਚੋਂ ਪੈਸੇ ਕੱਢ ਲੈਂਦੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ, ਉਹਨਾਂ ਨੇ ਗਿਆਨ ਹੀ ਨਹੀਂ ਕਿ ਗੁਰੂ ਮਹਾਰਾਜ ਮੈਨੂੰ ਵੇਖ ਰਹੇ ਨੇ, ਵੇਖ ਰਹੇ ਨੇ। ਉਹ ਸਮਝਦੇ ਨੇ ਇਹ ਗ੍ਰੰਥ ਨੇ ਨਾ ਮੇਰੇ ਮਗਰ ਭੱਜਣਾ ਹੈ। ਬੰਦਾ ਬੈਠਾ ਹੋਵੇ ਅਤੇ ਤੁਸੀਂ ਪੈਸੇ ਕੱਢ ਰਹੇ ਤਾਂ ਅਗਲਾ ਤੁਹਾਡਾ ਕੁਟਾਪਾ ਕਰੇਗਾ। ਇਹ ਮਨੁੱਖ ਬੰਦੇ ਤੋਂ ਤਾਂ ਡਰਦਾ ਹੈ, ਇਹ ਨਾ ਗੁਰੂ ਤੋਂ ਡਰਦਾ, ਨਾ ਇਹ ਰੱਬ ਤੋਂ ਡਰਦਾ ਹੈ। ਇਸ ਕਰਕੇ ਭਜਨ ਬੰਦਗੀ ਕਰਦਾ ਹੋਇਆ ਵੀ ਕੋਈ ਨਾ ਕੋਈ ਪੁੱਠਾ ਕੰਮ ਕਰਦਾ ਰਹਿੰਦਾ ਹੈ। ਕਿਉਂ? ਡਰਦਾ ਨਹੀਂ ਹੈਗਾ। ਡਰ ਤੋਂ ਬਿਨਾਂ ਸੁਧਾਰ ਨਹੀਂ ਹੋਇਆ ਕਰਦਾ। ਉਹ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਪਿਆਰ ਨਾਲ ਸੁਧਰ ਜਾਂਦੇ ਨੇ। ਕਈ ਲੋਕ ਨੇ ਪਿਆਰ ਨਾਲ ਸੁਧਰ ਜਾਂਦੇ ਨੇ, ਪਰ ਬਹੁਤੇ ਮੈਂ ਦੇਖਿਆ ਛਿੱਤਰਾਂ ਨਾਲ ਸੁਧਰਦੇ ਨੇ। ਹੁਣ ਮੰਨ ਲਓ ਚੌਂਕ, ਬਾਕੀ ਦੇਸ਼ਾਂ ਦਾ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਉਹਨਾਂ ਦੇਸ਼ਾਂ 'ਚ ਗਿਆ ਨਹੀਂ, ਪਰ ਮੈਨੂੰ ਰਿਪੋਰਟਾਂ ਮਿਲਦੀਆਂ ਰਹਿੰਦੀਆਂ। ਇੱਥੇ ਹਿੰਦੁਸਤਾਨ 'ਚ ਕੀ ਹੈ, ਜੇ ਤੇ ਚੌਂਕ ਦੇ ਵਿੱਚ ਪੁਲਿਸ ਵਾਲਾ ਖੜ੍ਹਾ, ਫਿਰ ਤੇ ਲਾਲ ਬੱਤੀ ਹੋਏ ਲੋਕ ਜਾਂਦੇ ਰੁਕ। ਜੇ ਦੇਖਿਆ ਪੁਲਿਸ ਵਾਲਾ ਕੋਈ ਨਹੀਂ ਖੜ੍ਹਾ, ਵਿੱਚੋਂ ਦੀ ਲੰਘੀ ਜਾਂਦੇ ਨੇ। ਕਿਉਂ? ਡਰ ਨਹੀਂ ਹੈ। ਸਾਨੂੰ ਪਤਾ ਨਹੀਂ ਸਦੀਆਂ ਗੁਲਾਮ ਰਹਿ ਰਹਿ ਕੇ ਛਿੱਤਰ ਖਾਣ ਦੀ ਆਦਤ ਪੈ ਗਈ ਹੈ। ਅਸੀਂ ਛਿੱਤਰ ਖਾ ਕੇ ਸੁਧਰਦੇ ਹਾਂ। ਹਾਲਾਂਕਿ ਅਸੀਂ ਪੜ੍ਹੇ ਲਿਖੇ ਹਾਂ। ਪੜ੍ਹੇ ਲਿਖੇ ਨੂੰ ਵੈਸੇ ਹੀ ਸੁਧਰ ਜਾਣਾ ਚਾਹੀਦਾ, ਕਿਉਂਕਿ ਪੜ੍ਹੇ ਲਿਖੇ ਨਹੀਂ ਤੇ ਅਨਪੜ੍ਹ ਅਤੇ ਪੜ੍ਹੇ ਲਿਖੇ 'ਚ ਫਿਰ ਫਰਕ ਕੀ ਹੋਇਆ। ਅਤੇ ਮੈਂ ਦੇਖਿਆ ਕਾਨੂੰਨਾਂ ਨੂੰ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਤੋੜਦੇ ਨੇ। ਅਨਪੜ੍ਹ ਬੰਦਾ ਜੇ ਕਾਨੂੰਨ ਤੋਂ ਡਰ ਕੇ ਰਹਿੰਦਾ ਹੈ, ਇਹ ਕਾਨੂੰਨ ਦੀ ਜਿਹੜੀ ਉਲੰਘਣਾ ਹੈ ਇਹ ਸਭ ਤੋਂ ਪੜ੍ਹੇ ਲਿਖੇ ਲੋਕ ਕਰਦੇ ਨੇ। ਫਿਰ ਉਹ ਕਾਹਦੀ ਪੜ੍ਹਾਈ ਹੋਈ, ਉਹ ਕਾਹਦੀ ਪੜ੍ਹਾਈ ਹੋਈ ਜਿਹਨੇ ਸਾਨੂੰ ਚੱਜ ਆਚਾਰ ਹੀ ਨਹੀਂ ਸਿਖਾਇਆ। ਤਾਂ ਗੁਰਬਾਣੀ ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਹੇ ਇਨਸਾਨ ਤੂੰ ਗੁਰੂ ਨੂੰ ਮਿਲ, ਗੁਰੂ ਤੋਂ ਫਿਰ ਜੀਵਨ ਜਾ ਸਿੱਖ, ਫਿਰ ਤੈਨੂੰ ਕੋਈ ਦੁੱਖ ਨਹੀਂ ਲੱਗੇਗਾ। ਕਿਉਂ? ਤੈਨੂੰ ਚੱਜ ਆਚਾਰ ਆ ਗਿਆ, ਤੂੰ ਵਧੀਆ ਜੀਵਨ ਜਵੇਂਗਾ, ਆਪੇ ਸੁਖੀ ਹੋ ਜਾਏਗਾ। ਸਾਧ ਸੰਗ ਜਨਮ ਮਰਨ ਮਿਟਾਵੇ। ਫਿਰ ਜਿਹੜਾ ਗੁਰੂ ਦੀ ਸੰਗਤ ਕਰਦਾ ਉਹ ਜੰਮਣ ਮਰਨ ਦਾ ਖਤਮ ਹੋ ਜਾਂਦਾ। ਕਿਉਂ? ਉਹ ਸ਼ੁਭ ਕਰਮ ਕਰਨ ਲੱਗ ਜਾਂਦਾ ਹੈ। ਫਿਰ ਗੁਰੂ ਦੀ ਸੰਗਤ ਕਰਦਾ, ਸੇਵਾ ਕਰਦਾ, ਨਾਲ ਸਿਮਰਨ ਕਰਦਾ, ਆਪੇ ਸਭ ਕੁਝ ਠੀਕ ਹੋ ਜਾਂਦਾ। ਆਸ ਮਨੋਰਥ ਪੂਰਨ ਹੋਵੇ,
ਭੇਟ ਤੇ ਗੁਰ ਦਰਸਾਇਆ ਜੀ। ਦਰਸਾਇਆ ਮਨੇ ਦਰਸ਼ਨ। ਗੁਰੂ ਨੂੰ ਮਿਲ ਕੇ ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਿਹੜੀ ਇੱਛਾ ਹੈ, ਜੋ ਮਨੋਰਥ ਹੈ, ਮਨ ਦੀ ਇੱਛਾ ਹੈ, ਉਹ ਪੂਰੀ ਹੋ ਜਾਂਦੀ ਹੈ। ਉਹਦੀ ਇੱਛਾ ਪੂਰੀ ਜਾਂਦੇ। ਸਾਡਾ ਮਨੋਰਥ ਜ਼ਿੰਦਗੀ ਦਾ ਕੀ ਹੈ? ਪਰਮਾਤਮਾ ਦੀ ਪ੍ਰਾਪਤੀ। ਸੋ ਗੁਰੂ ਨੂੰ ਮਿਲ ਕੇ ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮਨੁੱਖ ਦੀ ਇੱਛਾ ਪੂਰੀ ਹੋ ਜਾਂਦੀ ਹੈ, ਉਹਦਾ ਜੀਵਨ ਮਨੋਰਥ ਪੂਰਾ ਹੋ ਜਾਂਦਾ ਹੈ। ਅਗੰਮ ਅਗੋਚਰ ਕਿਛ ਮਿਤ ਨਹੀਂ ਜਾਣੀ। ਮਿਤ ਉਹਦੀ ਸਮਰੱਥਾ। ਪਰਮਾਤਮਾ ਜੋ ਅਗੰਮ ਹੈ, ਅਗੰਮ ਹੁੰਦਾ ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਾ ਹੋਵੇ। ਅਗੋਚਰ ਹੁੰਦਾ ਜੋ ਇੰਦਰੀਆਂ ਦੀ ਪਕੜ ਤੋਂ ਬਾਹਰ ਹੋਵੇ। ਪਰਮਾਤਮਾ ਤੱਕ ਅਸਲੀ ਇੰਦਰੀਆਂ ਦੇ ਰਾਹੀਂ ਨਹੀਂ ਪਹੁੰਚ ਸਕਦੇ, ਇੰਦਰੀਆਂ ਰਾਹੀਂ ਉਸ ਨੂੰ ਪਕੜ ਨਹੀਂ ਸਕਦੇ। ਉਹ ਅਗੰਮ ਹੈ, ਉਹ ਅਗੋਚਰ ਹੈ, ਉਹ ਅਪਹੁੰਚ ਹੈ, ਉਹ ਅਪਕੜ ਹੈ। ਕਿਛ ਮਿਤ ਨਹੀਂ ਜਾਣੀ। ਅਸੀਂ ਤਾਂ ਉਹਦੀ ਸਮਰੱਥਾ ਹੀ ਨਹੀਂ ਜਾਣ ਸਕਦੇ। ਮਿਤ ਸਮਰੱਥ। ਪਰਮਾਤਮਾ ਕਿਤਨਾ ਸਮਰੱਥ ਹੈ ਇਹ ਅਸੀਂ ਜਾਣ ਹੀ ਨਹੀਂ ਸਕਦੇ, ਕਿਉਂਕਿ ਉਹ ਅਗੰਮ ਹੈ ਅਤੇ ਅਗੋਚਰ ਹੈ। ਸਾਧਕ ਸਿੱਧ ਧਿਆਵੇਂ ਗਿਆਨੀ। ਜਿਹੜੇ ਸਾਧਕ ਹਨ, ਨਾਮ ਜਪਣ ਵਾਲੇ ਹਨ, ਸਿੱਧ ਜਿਨ੍ਹਾਂ ਨੂੰ ਸਿੱਧੀ ਪ੍ਰਾਪਤ ਹੋ ਗਈ ਹੈ। ਗਿਆਨੀ ਜਿਹੜੇ ਗਿਆਨਵਾਨ ਹਨ, ਉਹ ਪਰਮਾਤਮਾ ਦਾ ਨਾਮ ਜਪਦੇ ਨੇ, ਧਿਆਵੇਂ, ਉਹ ਪਰਮਾਤਮਾ ਨੂੰ ਧਿਆਉਂਦੇ ਨੇ। ਫਿਰ ਨਾਮ ਜਪਣ ਨਾਲ ਕੀ ਹੁੰਦਾ ਹੈ? ਖੁਦ ਹੀ ਮਿਟੇ। ਖੁਦ ਹੀ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਹੰਕਾਰ। ਅੰਦਰੋਂ ਹੰਕਾਰ ਖਤਮ ਹੋ ਜਾਂਦਾ। ਚੂਕਾ ਭੁਲਾਵਾ। ਭੁਲਾਵਾ ਹੁੰਦਾ ਭੁਲੇਖਾ। ਜਿਹੜਾ ਕੋਈ ਭਰਮ ਭੁਲੇਖਾ ਸੀ ਉਹ ਵੀ ਖਤਮ ਹੋ ਜਾਂਦਾ। ਚੂਕਾ ਖਤਮ ਹੋ ਗਿਆ। ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਗੁਰੂ ਨੇ ਮਨ ਦੇ 'ਚ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ ਹੈ। ਜਦੋਂ ਪਰਮਾਤਮਾ ਅੰਦਰ ਪ੍ਰਗਟ ਹੋ ਜਾਂਦਾ ਹੈ, ਹੰਕਾਰ ਖਤਮ ਹੋ ਜਾਂਦਾ ਹੈ, ਸਭ ਭਰਮ ਭੁਲੇਖੇ ਖਤਮ ਹੋ ਜਾਂਦੇ ਹਨ। ਆਨੰਦ ਮੰਗਲ ਕਲਿਆਣ ਨਿਧਾਨ। ਸੁਖ ਸਹਿਜ ਹਰ ਨਾਮ ਵਖਾਨਾ। ਨਾਮ ਵਖਾਨਾ। ਜਦੋਂ ਨਾਮ ਜਪਿਆ, ਸੁਖ ਅਤੇ ਸਹਿਜ ਦੀ ਪ੍ਰਾਪਤੀ ਹੋ ਗਈ। ਸਹਿਜ ਅਵਸਥਾ, ਅਡੋਲ ਅਵਸਥਾ। ਸੁਖ ਪ੍ਰਾਪਤ ਹੋ ਗਏ, ਸਹਿਜ ਅਵਸਥਾ ਪ੍ਰਾਪਤ ਹੋ ਗਈ। ਆਨੰਦ ਹੈ, ਮੰਗਲ ਖੁਸ਼ੀ ਹੈ, ਕਲਿਆਣ ਸੁਖ ਹੈ। ਖੁਸ਼ੀਆਂ ਦਾ, ਆਨੰਦ ਦਾ, ਸੁੱਖਾਂ ਦਾ ਨਿਧਾਨਾ, ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਕਰਨਾ ਕੀ ਹੈ? ਬਸ ਨਾਮ ਜਪਣਾ। ਨਾਮ ਜਪਣਾ ਆਨੰਦ ਹੈ, ਮੰਗਲ ਹੈ, ਸੁੱਖ ਹੈ, ਸਹਿਜ ਅਵਸਥਾ ਹੈ। ਕਿਉਂਕਿ ਨਾਮ ਜਿਹੜਾ ਹੈ ਇਹ ਨਿਧਾਨਾ ਹੈ, ਇਹ ਖਜ਼ਾਨਾ ਹੈ। ਸੋ ਕੋਈ ਵੀ ਚੀਜ਼ ਚਾਹੀਦੀ ਹੈ ਤਾਂ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਹੋਏ ਕਿਰਪਾਲ ਸੁਆਮੀ ਆਪਣਾ। ਨਾਉ ਨਾਨਕ ਮਹਿ ਘਰ ਮੈਂ ਆਇਆ ਜੀਓ। ਜਦੋਂ ਮਨੁੱਖ ਨਾਮ ਜਪਦਾ ਹੈ ਤਾਂ ਪਰਮਾਤਮਾ ਉਸ 'ਤੇ ਕਿਰਪਾਲੂ ਹੋ ਜਾਂਦਾ ਹੈ। ਸੁਆਮੀ ਪਰਮਾਤਮਾ, ਪਾਪ ਮਾਲਕ। ਜਦੋਂ ਮਨੁੱਖ ਨਾਮ ਜਪਦਾ ਹੈ ਤਾਂ ਪਰਮਾਤਮਾ ਉਸ 'ਤੇ ਕਿਰਪਾਲੂ ਹੋ ਜਾਂਦਾ ਹੈ। ਜਦੋਂ ਕਿਰਪਾਲੂ ਹੋ ਜਾਂਦਾ ਹੈ, ਘਰ ਮੈਂ ਆਇਆ ਜੀ, ਘਰ ਮੈਨੇ ਹਿਰਦਾ, ਤਾਂ ਪਰਮਾਤਮਾ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਪਰਮਾਤਮਾ ਇਸ ਦੇ ਮਨ ਵਿੱਚ ਆ ਵਸਦਾ ਹੈ। ਮਾਝ ਮਹਿਲਾ ਪੰਜਵਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਤੁਮਰੇ ਕਰਤਬ ਤੁਮ ਹੀ ਜਾਣੋ। ਤੁਮਰੀ ਓਟ ਗੋਪਾਲਾ ਜੀਓ। ਇੱਥੇ ਗੱਗੇ ਨੂੰ ਹੋੜਾ ਵੀ ਲੱਗਾ ਅਤੇ ਗੱਗੇ ਨੂੰ ਔਂਕੜ ਵੀ ਲੱਗਾ। ਅਸਲ ਸ਼ਬਦ ਹੈ ਹੋੜੇ ਵਾਲਾ ਗੋਪਾਲਾ। ਪਰ ਕੀਰਤਨ ਜੇ ਕਰਨੇ, ਜੇ ਅਸੀਂ ਪੜ੍ਹਨਾ ਗੋਪਾਲਾ, ਉਹਨੂੰ ਟਾਈਮ ਜ਼ਿਆਦਾ ਲੱਗਦਾ ਹੈ। ਇਸ ਲਈ ਗੁਰੂ ਮਹਾਰਾਜ ਨੇ ਇਹ ਕੀਰਤਨ ਦੇ ਪੁਆਇੰਟ ਤੋਂ ਬਾਣੀ ਲਿਖੀ ਹੈ। ਇਸ ਸਪੈਲਿੰਗ ਉਸਰੇ ਕੀਤੇ ਨੇ। ਇੱਥੇ ਕੀ ਪੜ੍ਹਨਾ? ਗੱਗੇ ਨੂੰ ਔਂਕੜ ਪੜ੍ਹਨਾ। ਤੁਮਰੇ ਕਰਤਬ ਤੁਮ ਹੀ ਜਾਣੋ। ਤੁਮਰੀ ਓਟ ਗੋਪਾਲਾ ਜੀਓ।
ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਖੋਵੇ, ਭੇਟਤ ਸੰਗ ਸਾਧ ਸੰਤਨ ਕਹਿ, ਸਦਾ ਜਪੋਂ ਦਇਆਲਾ ਜੀਓ। ਪ੍ਰਭ ਆਪਣਾ ਸਾਸ ਸਾਸ ਸੰਭਾਰੋ, ਮੰਮੇ ਦੇ ਪੈਰ 'ਚ ਹਾਹਾ ਲਾਉਣਾ, ਪੂਰੀ ਬਿੰਦੀ ਲਾਉਣੀ। ਮੈਂ ਇੱਥੇ ਮੈਂ ਦੀ ਭਾਵਨਾ ਹੈ। ਜਦੋਂ ਮੈਂ ਦੀ ਭਾਵਨਾ ਹੋਵੇ ਤਾਂ ਜਿਹੜੀ ਕਿਰਿਆ ਹੈ ਉਹ ਨਕਰਾਂ ਹੀ ਬੋਲੀ ਜਾਂਦੀ ਹੈ। ਸਮਾਰੋ ਪ੍ਰਭ ਆਪਣਾ ਸਾਸ ਸਾਸ ਸੰਭਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਸ, ਸਰਬ ਮਾਇਆ ਪ੍ਰਤਿਪਾਲਾ ਜੀਓ। ਸਤ 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 ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭੈ ਨਿਹਾਲਾ ਜੀਓ। ਅੱਗੇ ਪੰਚਮ ਪਾਤਸ਼ਾਹ ਕਹਿੰਦੇ, ਸੁਣ ਸੁਣ ਜੀਵਾਂ ਸੋਏ ਤੁਮਾਰੀ। ਸੋਏ ਦਾ ਇੱਥੇ ਭਾਵ ਹੈ ਵਡਿਆਈ। ਇੱਕ ਹੁੰਦਾ ਸੋਏ ਖਬਰ, ਆਪਾਂ ਨੂੰ ਕੋਈ ਆ ਕੇ ਖਬਰ ਦਿੰਦਾ ਵੀ ਤੁਹਾਡੇ ਘਰ ਜੀ ਮਹਾਂਪੁਰਖ ਆ ਰਿਹਾ, 2-4 ਮਿੰਟ ਉਹ ਸੋਏ ਹੁੰਦੀ ਖਬਰ ਹੁੰਦੀ। ਇੱਕ ਸੋਏ ਹੁੰਦੀ ਹੈ ਸਿਫਤ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਹੇ ਪਰਮਾਤਮਾ, ਤੂੰ ਮੇਰਾ ਪਿਆਰਾ ਹੈ, ਅਤ ਭਾਰੀ, ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਮਹਾਨ ਹੈ। ਤੇਰੀ ਸਿਫਤ ਸਲਾਹ ਸੁਣ ਸੁਣ ਕੇ ਮੈਂ ਜਿਉਂਦਾ ਹਾਂ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਸੋਏ ਸਿਫਤ ਸਲਾਹ, ਤੇਰੀ ਸਿਫਤ ਸਲਾਹ ਸੁਣ ਸੁਣ ਕੇ ਮੈਂ ਜਿਉਂਦਾ ਹਾਂ। ਤੂੰ ਮੇਰਾ ਪਿਆਰਾ ਹੈ, ਤੂੰ ਮਹਾਨ ਮਾਲਕ ਹੈ। ਤੁਮਰੇ ਕਰਤਵ ਤੁਮ ਹੀ ਜਾਣੋ, ਤੇਰੇ ਕੰਮਾਂ ਨੂੰ ਹੈ ਪਰਮਾਤਮਾ ਤੂੰ ਹੀ ਜਾਣਦਾ ਹੈ। ਅਸੀਂ ਪਰਮਾਤਮਾ ਦੇ ਕੰਮਾਂ ਨੂੰ ਨਹੀਂ ਜਾਣ ਸਕਦੇ, ਉਹ ਸਾਡੇ ਕੰਮਾਂ ਨੂੰ ਜਾਣਦਾ, ਕਿਉਂਕਿ ਉਹਨੇ ਹੀ ਸਾਨੂੰ ਅੱਡ ਅੱਡ ਕੰਮਾਂ 'ਤੇ ਲਾਇਆ ਹੋਇਆ ਹੈ। ਤੁਮਰੀ ਓਟ ਗੋਪਾਲਾ ਜੀਓ। ਹੇ ਪਰਮਾਤਮਾ, ਗੋਪਾਲਾ ਦੇ ਧਰਤੀ ਨੂੰ ਪਾਲਣ ਵਾਲਾ, ਸ੍ਰਿਸ਼ਟੀ ਨੂੰ ਪਾਲਣ ਵਾਲਾ, ਹੇ ਸ੍ਰਿਸ਼ਟੀ ਨੂੰ ਪਾਲਣ ਵਾਲੇ ਪਰਮਾਤਮਾ, ਮੈਨੂੰ ਤੇ ਤੁਹਾਡੀ ਹੀ ਓਟ ਹੈ। ਗੁਣ ਗਾਵਤ ਮਨ ਹਰਿਆ ਹੋਵੇ। ਕਈ ਵਾਰ ਆਪਾਂ ਬੜੇ ਉਦਾਸ ਹੁੰਦੇ ਹਾਂ, ਪਰਮਾਤਮਾ ਦੇ ਗੁਣ ਗਾ ਗਾ ਕੇ ਮਨ ਹਰਿਆ ਭਰਿਆ ਹੋ ਜਾਂਦਾ, ਖੇੜੇ 'ਚ ਆ ਜਾਂਦਾ, ਖੁਸ਼ੀ 'ਚ ਆ ਜਾਂਦਾ, ਦੁੱਖ ਨੂੰ ਭੁੱਲ ਜਾਂਦਾ। ਜਦੋਂ ਬੰਦਾ ਉਦਾਸ ਹੋਵੇ, ਜਾਂ ਬਾਣੀ ਪੜ੍ਹਨ ਲੱਗ ਜਾਓ ਜਾਂ ਨਾਮ ਜਪਣ ਲੱਗ ਜਾਓ, ਕਿਉਂਕਿ ਉਦਾਸੀ 'ਚੋਂ ਨਿਕਲਣ ਲਈ ਜ਼ਰੂਰੀ ਹੈ ਸਾਡਾ ਧਿਆਨ ਦੂਜੇ ਪਾਸੇ ਲੱਗਣਾ ਚਾਹੀਦਾ। ਜੇ ਮੰਨ ਲਓ ਮਰੀਜ਼ ਹੈ, ਉਹ ਇਕੱਲਾ ਹੀ ਹੈ, ਉਹਦਾ ਸਾਰਾ ਧਿਆਨ ਆਪਣੀ ਬਿਮਾਰੀ ਵੱਲ ਹੋਵੇਗਾ। ਹੁਣ ਜਿਹਨੂੰ ਕਰੋਨਾ ਦੀ ਸ਼ਿਕਾਇਤ ਹੋ ਜਾਂਦੀ ਹੈ, ਉਹਨੂੰ 15 ਜਾਂ 17 ਦਿਨ ਵਾਲੀ ਘਰ 'ਚ ਬੰਦ ਕਰ ਦਿੰਦੇ ਨੇ। ਇੱਕ ਐਸੀ ਬਿਮਾਰੀ ਹੈ ਜਿਹੜੀ ਛੂਤ ਦੀ ਬਿਮਾਰੀ ਹੈ, ਸਾਹ ਰਾਹੀਂ ਵੀ ਦੂਜੇ ਤੱਕ ਜਾਂਦੀ ਹੈ। ਘਰ ਦੇ ਹੀ ਜੀਅ ਉਹਨੂੰ ਹੱਥ ਲਾਉਣ ਲਈ ਤਿਆਰ ਨਹੀਂ ਹੁੰਦੇ। ਮੈਂ ਕੋਈ ਹੱਸਦਾ ਨਾ, ਪੁਰਾਣੇ ਜ਼ਮਾਨੇ 'ਚ ਨਾ ਜਿਹੜੇ ਹਰੀਜਨ ਵੀਰ ਦਿਹਾੜੀਆਂ ਕਰਦੇ ਸਨ, ਉਹ ਆਪਣੇ ਭਾਂਡੇ ਨਾਲ ਲੈ ਕੇ ਆਇਆ ਕਰਦੇ ਸਨ। ਫਿਰ ਜਦੋਂ ਰੋਟੀ ਪਾਣੀ ਖਾਣਾ, ਮਾਲਕ ਨੇ ਦੇਣਾ, ਉਹਦੇ ਭਾਂਡਿਆਂ 'ਚ ਉਹਨੂੰ ਪਾ ਕੇ ਦੇਣਾ, ਆਪਣੇ ਭਾਂਡੇ 'ਚ ਪਾ ਕੇ ਨਹੀਂ ਸੀ ਦਿੰਦੇ। ਪਿਤਾ ਜੀ ਕਿਉਂਕਿ ਖੁੱਲ੍ਹੇ ਸੁਭਾਅ ਦੇ ਸਨ, ਇਸ ਲਈ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਉਹ ਕਹਿੰਦੇ ਸੀ, ਭਾਈ ਜਿੱਦੇ ਸਾਡੇ ਤੁਸੀਂ ਦਿਹਾੜੀ 'ਤੇ ਆਓ, ਤੁਸੀਂ ਆਪਣਾ ਕੋਈ ਭਾਂਡਾ ਨਹੀਂ ਲੈ ਕੇ ਆਉਣਾ। ਤੁਸੀਂ ਵੀ ਇਨਸਾਨ ਹੋ, ਅਸੀਂ ਵੀ ਇਨਸਾਨ ਹਾਂ। ਫਿਰ ਕੀ ਹੋ ਗਿਆ? ਭਾਂਡੇ ਮਾਂਜ ਕੇ ਸੁੱਚੇ ਹੋ ਜਾਂਦੇ ਨੇ। ਤੁਸੀਂ ਸਾਡੇ ਹੀ ਭਾਂਡਿਆਂ 'ਚ ਖਾਇਆ ਪੀਆ ਕਰੋ। ਉਹ ਹੌਲੀ ਹੌਲੀ ਫਿਰ ਵਿੱਦਿਆ ਫੈਲਦੀ, ਜਿੰਨਾ ਇਲਾਕਿਆਂ 'ਚ ਵਿੱਦਿਆ ਕਾਫੀ ਫੈਲ ਗਈ ਹੈ, ਉੱਥੇ ਇਹ ਫਰਕ ਪੈ ਗਿਆ ਹੈ। ਪਰ ਜਿੱਥੇ ਅਜੇ ਅਨਪੜ੍ਹਤਾ ਹੈ, ਮੈਂ ਦੇਖਿਆ ਅਜੇ ਵੀ ਉਹੀ ਉਹਨਾਂ ਸਟੇਟਾਂ 'ਚ ਇਹੀ ਹਾਲ ਹੈ। ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ, ਬੰਦੇ ਨੂੰ ਬੰਦਾ ਹੀ ਨਹੀਂ ਸਮਝਿਆ ਜਾਂਦਾ। ਉਹਦੇ ਨਾਲ ਛੂਹਣਾ, ਉਹਦੇ ਨਾਲ ਖੇਡਣਾ ਮਿਲਣਾ,
ਮੈਂ ਇਸ ਕਈ ਵਾਰੀ ਬੱਚੇ ਦਾ ਬੜੀ ਪ੍ਰਸ਼ੰਸਾ ਕਰਦਾ। ਬੱਚੇ ਦੇ ਮਨ 'ਚ ਕੋਈ ਜਾਤ ਪਾਤ ਧਰਮ ਦਾ ਵਖਰੇਵਾਂ ਬਿਲਕੁਲ ਨਹੀਂ ਹੁੰਦਾ। ਬੱਚੇ ਭਾਵੇਂ ਕਿਸੇ ਵੀ ਜਾਤ ਦੇ ਇਕੱਠੇ ਖੇਡ ਰਹੇ ਹੁੰਦੇ ਨੇ, ਇਕੱਠੇ ਖੇਡ ਰਹੇ ਇਕੱਠੇ ਫਿਰ ਰਹੇ ਹੁੰਦੇ ਨੇ। ਇਹ ਤਾਂ ਜਿਹੜੇ ਅਸੀਂ ਵੱਡੇ ਲੋਕ ਆ, ਵੱਡੀ ਉਮਰ ਦੇ, ਇਹ ਉਹਨਾਂ ਦੇ ਦਿਮਾਗ 'ਚ ਘਸੋੜਦੇ ਆ। ਤੂੰ ਸਿੱਖ ਹੈ, ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਈਸਾਈ ਹੈ, ਤੂੰ ਬ੍ਰਾਹਮਣ ਹੈ, ਤੂੰ ਖੱਤਰੀ ਹੈ, ਤੂੰ ਵੈਸ਼ ਹੈ, ਤੂੰ ਸ਼ੂਦਰ ਹੈ। ਅਸੀਂ ਉਹਨਾਂ ਦੇ ਦਿਮਾਗ 'ਚ ਭਰਦੇ ਹਾਂ। ਫਿਰ ਹੌਲੀ ਹੌਲੀ ਜਦੋਂ ਅਸੀਂ ਭਰੇ ਹੀ ਜਾਵਾਂਗੇ ਤਾਂ ਉਹਨਾਂ ਦੇ ਮਨ 'ਚ ਇੱਕ ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ। ਨਹੀਂ, ਮੈਂ ਦੇਖਿਆ ਬੱਚਿਆਂ 'ਚ ਕੋਈ ਜਾਤ ਪਾਤ ਨਹੀਂ ਹੁੰਦੇ, ਕੋਈ ਧਰਮ ਦਾ ਵਖਰੇਵਾਂ ਨਹੀਂ ਹੁੰਦਾ। ਛੋਟੇ ਹੁੰਦਿਆਂ ਦੇਖਣਾ ਵੀ ਮੰਗਲਵਾਰ ਨੂੰ ਮੰਦਿਰ ਦੇ ਵਿੱਚ ਨਾ ਬਦਾਣਾ ਮਿਲਦਾ, ਅਸੀਂ ਰਲ ਕੇ ਉੱਥੇ ਚਲੇ ਜਾਣਾ ਬਦਾਣਾ ਖਾਣ। ਹੈ ਹੀ ਨਹੀਂ ਸੀ ਵੀ ਇਹ ਮੰਦਿਰ ਹੈ ਕਿ ਗੁਰਦੁਆਰਾ ਹੈ, ਲੰਗਰ ਪਾਣੀ ਛਕਣਾ, ਸਾਰਿਆਂ ਨੇ ਗੁਰਦੁਆਰੇ ਆ ਜਾਣਾ। ਇਹ ਤਾਂ ਜਿਉਂ ਜਿਉਂ ਵੱਡਾ ਹੁੰਦਾ ਫਿਰ ਜਿਹੜਾ ਹੈ ਉਹ ਫਰਕ ਪਈ ਜਾਂਦਾ ਬੰਦੇ 'ਚ। ਤਾਂ ਹੀ ਕਹਿੰਦੇ ਜਿਹੜਾ ਬੱਚਾ ਰੱਬ ਦੇ ਨੇੜੇ ਹੁੰਦਾ, ਇਸ ਲਈ ਰੱਬ ਦੇ ਨੇੜੇ ਹੁੰਦਾ ਕਿ ਉਹਦੇ 'ਚ ਇਸ ਤਰ੍ਹਾਂ ਦਾ ਵੈਰ ਭਾਵ ਵਿਰੋਧਾਭਾਸ ਹੁੰਦਾ ਹੀ ਨਹੀਂ ਹੈ। ਇਸ ਲਈ ਬਚਪਨ ਜਿਹੜਾ ਇੱਕ ਬਹੁਤ ਵਧੀਆ ਉਮਰ ਹੁੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ, ਗੁਣ ਗਾਵਤ ਮਨ ਹਰਿਆ ਹੋਵੇ। ਹੇ ਪਰਮਾਤਮਾ, ਤੇਰੇ ਗੁਣ ਗਾ ਕੇ ਮਨ ਹਰਿਆ ਭਰਿਆ ਹੋ ਜਾਂਦਾ। ਕਥਾ ਸੁਣਤ ਮਲ ਸਗਲੀ ਖਾਵੇ। ਸੋ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਨੇ, ਮਨ ਉਹਨਾਂ ਦਾ ਹਰਿਆ ਭਰਿਆ ਹੁੰਦਾ। ਜਿਹੜੇ ਕਥਾ ਸੁਣਦੇ ਨੇ, ਕਥਾ ਦੀ ਸਿਫਤ ਸਲਾਹ। ਹੁਣ ਆਪਾਂ ਕਥਾ ਕਰ ਰਹੇ ਹਾਂ, ਤੁਸੀਂ ਸੁਣ ਰਹੇ ਹੋ, ਗੁਰਬਾਣੀ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਨਾ। ਕਥਾ ਸੁਣਤ ਮਲ ਸਗਲੀ ਖੋਵੇ। ਕਥਾ ਸੁਣ ਕੇ ਮਨ ਦੀ ਮੈਲ ਸਾਰੀ ਲੈ ਜਾਂਦੀ ਹੈ। ਹੁਣ ਦੇਖੋ, ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਜਣ ਠੱਗ ਕੋਲ ਗਏ, ਉੱਧਰ ਰਾਤ ਪੈ ਗਈ। ਸੱਜਣ ਠੱਗ ਸੋਚਦੇ ਕਦੋਂ ਸੌਣ ਤੇ ਮੈਨੂੰ ਲੁੱਟਣ। ਹੁਣ ਗੁਰੂ ਮਹਾਰਾਜ ਤੇ ਜਾਣੀ ਜਾਣ ਸਨ। ਸੱਜਣ ਕਹੇ ਜੀ, ਹਾਂਜੀ ਤੁਸੀਂ ਕਦੋਂ ਸੌਵੋਗੇ ਜੀ? ਗੁਰੂ ਮਹਾਰਾਜ ਕਹੇ, ਸੱਜਣ ਅਸੀਂ ਸੌਣ ਤੋਂ ਪਹਿਲਾਂ ਨਾ ਕੀਰਤਨ ਕਰਿਆ ਕਰਦੇ, ਤੂੰ ਸੁਣਨੇ ਤਾਂ ਬਹਿ ਜਾ। ਕਹਿੰਦਾ ਹਾਂਜੀ ਸੁਣਾਂਗਾ। ਗੁਰੂ ਮਹਾਰਾਜ ਸ਼ਬਦ ਗਾਉਣ ਲੱਗੇ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨ ਉਤਰੈ ਜੇ ਸੋ ਧੋਵੈ ਤਿਸ। ਕਹਿਣ ਦਾ ਭਾਂਡਾ ਪੁਰਾਣੇ ਬੰਦਿਆਂ ਨੇ ਵੇਖਿਆ, ਹੁਣ ਅੱਜ ਕੱਲ੍ਹ ਤਾਂ ਹੈ ਨਹੀਂ ਹੈ, ਜਿਹਨੂੰ ਕਾਂਸੀ ਦੇ ਬਰਤਨ ਕਹਿੰਦੇ। ਉਹ ਉੱਤੋਂ ਚਿੱਟੇ ਹੁੰਦੇ ਨੇ, ਜੇ ਉਸ ਭਾਂਡੇ ਨੂੰ ਹੱਥ 'ਤੇ ਰਗੜਨ ਤਲੀ ਕਾਲੀ ਹੋ ਜਾਂਦੀ ਹੈ। ਕਿਉਂ? ਅੰਦਰ ਉਹਦੇ ਕਲਖ ਹੈ, ਬਾਹਰੋਂ ਚਿੱਟਾ ਹੈ। ਸਮਝਾ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਿਵੇਂ ਕਹਿਣ ਦਾ ਭਾਂਡਾ ਬਾਹਰੋਂ ਚਿੱਟਾ ਹੁੰਦਾ ਪਰ ਅੰਦਰੋਂ ਕਾਲਾ ਹੁੰਦਾ। ਅਤੇ ਉਹਨੇ ਸਵੇਰੇ, ਹੇ ਸੱਜਣ, ਤੂੰ ਬਾਹਰੋਂ ਸੱਜਣ ਲੱਗਦਾ ਪਰ ਅੰਦਰੋਂ ਦਿਲ ਦਾ ਤੂੰ ਖੋਟਾ ਹੈ। ਕਿਉਂਕਿ ਬਾਣੀ ਉਦੋਂ ਹੀ ਲਿਖੀ ਗਈ ਸੀ ਜਦੋਂ ਸੱਜਣ ਠੱਗ ਜਿਉਂਦਾ ਸੀ। ਇਸ ਲਈ ਗੱਲ ਸਿੱਧੀ ਸਮਝ ਆ ਰਹੀ ਸੀ। ਅਤੇ ਕਬੀਰ ਸਾਹਿਬ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਲੇਜੇ ਛੇਕ। ਕਈ ਵਾਰੀ ਕਿਸੇ ਦੇ ਕਹੇ ਹੋਏ ਸ਼ਬਦ ਮਨ 'ਤੇ ਗਹਿਰਾ ਅਸਰ ਕਰਦੇ ਨੇ, ਚੰਗਾ ਜਾਂ ਮੰਦਾ। ਹੁਣ ਗੁਰੂ ਮਹਾਰਾਜ ਬਾਣੀ ਗਾ ਰਹੇ ਨੇ, ਸੱਜਣ ਠੱਗ ਸੁਣ ਰਿਹਾ ਹੈ, ਸਿੱਧੇ ਹੀ ਮਨ 'ਤੇ ਅਸਰ ਹੋ ਰਿਹਾ ਹੈ, ਰੋਣ ਲੱਗ ਪਿਆ ਹੈ। ਗੁਰੂ ਮਹਾਰਾਜ ਤੋਂ ਮਾਫੀਆਂ ਮੰਗਣ ਲੱਗ ਪਿਆ ਕਿ ਮੈਂ ਬੜੇ ਪਾਪ ਕੀਤੇ ਨੇ, ਮੈਂ ਦੇਖਣ ਨੂੰ ਧਾਰਮਿਕ ਹਾਂ ਪਰ ਮੈਂ ਬੜੇ ਲੋਕਾਂ ਨੂੰ ਲੁੱਟਿਆ ਅਤੇ ਮਾਰਿਆ ਹੈ, ਮੈਨੂੰ ਮਾਫ ਕਰੋ। ਅਤੇ ਗੁਰੂ ਮਹਾਰਾਜ ਕਹਿੰਦੇ, ਸੱਜਣ ਜੀ ਇਸ ਤਰ੍ਹਾਂ ਨਹੀਂ ਮਾਫੀ ਮਿਲਿਆ ਕਰਦੀ। ਪਹਿਲਾਂ ਤਾਂ ਜੋ ਤੁਸੀਂ ਲੁੱਟਿਆ ਹੋਇਆ ਉਹ ਸਾਰਾ ਗਰੀਬਾਂ 'ਚ ਵੰਡ ਦਿਓ, ਜੋ ਵੀ ਤੁਸੀਂ ਲੁੱਟਿਆ ਹੈ। ਨੰਬਰ 2, ਉਹਦੇ ਬਾਅਦ 10 ਨੂੰ ਦੀ ਕਿਰਤ ਕਰਨੀ ਹੈ ਅਤੇ ਨਾਮ ਜਪਣਾ। ਬਸ ਫਿਰ ਪਰਮਾਤਮਾ ਸਮਾਂ ਪਾ ਕੇ ਤੁਹਾਨੂੰ ਆਪੇ ਮਾਫੀ ਦੇ ਦੇਗਾ। ਇਸ ਕਰਕੇ ਜਦੋਂ ਬੰਦਾ ਇਹ ਕਥਾ ਵਾਰਤਾ ਸੁਣਦਾ, ਉਹਦੇ ਮਨ ਦੀ ਮੈਲ ਖਤਮ ਹੁੰਦੀ ਹੈ। ਕਥਾ ਸੁਣਤ ਮਲ ਸਗਲੀ ਖੋਵੇ।
ਭੇਟਤ ਸੰਗ ਸਾਧ ਸੰਤਨ ਕਹਿ। ਸਾਧੂ ਨੂੰ ਮਿਲ ਕੇ, ਸੰਤਾਂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ, ਭੇਟਤ ਮਿਲ ਕੇ, ਉਹਨਾਂ ਦੀ ਸੰਗਤ ਕਰਕੇ ਸਦਾ ਜਪੋਂ ਦਿਆਲਾ ਜੀ। ਮੈਂ ਸਦਾ ਹੀ ਪਰਮਾਤਮਾ ਦਾ ਨਾਮ ਜਪਦਾ, ਜੋ ਦਿਆਲੂ ਹੈ ਉਸ ਪਰਮਾਤਮਾ ਦਾ ਨਾਮ ਜਪਦਾ ਹਾਂ। ਪ੍ਰਭ ਆਪਣਾ ਸਾਸ ਸਾਸ ਸੰਭਾਰੋ। ਮੈਂ ਆਪਣੇ ਪਰਮਾਤਮਾ ਨੂੰ ਸਵਾਸ ਸਵਾਸ ਯਾਦ ਕਰਦਾ ਹਾਂ। ਤਾਂ ਹੀ ਗੁਰੂ ਨੇ ਸਾਸ ਸਾਸ ਸਿਮਰੋ ਗੋਬਿੰਦ, ਪਰ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪੋ। ਸੋ ਸਾਡਾ ਫਰਜ਼ ਬਣਦਾ ਕਿ ਜੋ ਸਾਨੂੰ ਵਿਹਲਾ ਸਮਾਂ ਮਿਲੇ ਉਹ ਐਵੇਂ ਗੱਪਾਂ ਗੁੱਪਾਂ ਮਾਰ ਕੇ, ਫਜ਼ੂਲ ਦਾ ਦੇਖ ਕੇ ਉਹ ਨਹੀਂ ਗੁਜ਼ਾਰਨਾ ਚਾਹੀਦਾ। ਜੇ ਤੁਸੀਂ ਲਗਾਤਾਰ TV 'ਤੇ ਖਬਰਾਂ ਵੇਖਦੇ ਰਹੇ ਨਾ, ਉਸ ਦਾ ਤੁਹਾਡੇ 'ਚ ਕਈਆਂ ਨੂੰ ਡਿਪਰੈਸ਼ਨ ਹੋ ਜਾਏ। ਕਿਉਂ? ਉਹ ਜਦੋਂ ਸਾਹਮਣੇ ਮਰ ਰਹੇ ਵਿਖਾਈ ਦਿੰਦੇ, ਬੰਦੇ ਨੂੰ ਹੌਲ ਪੈ ਜਾਂਦਾ। ਉਹਨੂੰ ਇੱਕਦਮ ਹੁੰਦਾ ਕਿਤੇ ਮੈਂ ਨਾ ਮਰ ਜਾ। ਜਦੋਂ ਵਾਰੀ ਕਿਤੇ ਮੈਂ ਨਾ ਮਰ ਜਾ, ਉਹ ਮਨ 'ਤੇ ਬਹੁਤ ਭੈੜਾ ਅਸਰ ਉਸਦਾ ਪੈਂਦਾ ਹੈ। ਇਸ ਲਈ ਇਹ ਵੇਖ ਕੇ ਕੀ ਕਰੋਗੇ? ਤੁਹਾਡੇ ਕੋਲ ਹੱਲ ਹੀ ਕੋਈ ਨਹੀਂ, ਚਾਰੇ ਹੀ ਕੋਈ ਨਹੀਂ। ਕਈ ਵਾਰੀ ਬੰਦੇ ਕੋਲ ਪੈਸੇ ਹੁੰਦੇ ਨੇ। ਸਾਡੇ ਜੀਜਾ ਜੀ ਕੋਲ ਪੈਸੇ ਸਨ, ਪਰ ਉਹ ਸਾਡੇ ਸਿਸਟਰ ਨੂੰ ਅੱਡ-ਅੱਡ ਹਸਪਤਾਲਾਂ 'ਚ ਲੈ ਕੇ ਫਿਰੀ ਗਏ। ਕਿਸੇ ਨੇ ਐਡਮਿਟ ਨਹੀਂ ਕੀਤਾ, ਕਹਿੰਦੇ ਸਾਡੇ ਕੋਲ ਆਕਸੀਜਨ ਹੀ ਨਹੀਂ ਹੈਗੀ। ਅਖੀਰ ਨੂੰ ਉਹਨਾਂ ਦੀ ਡੈਥ ਹੋ ਗਈ। ਪੈਸੇ ਕੋਲ ਨੇ, ਹਸਪਤਾਲ ਵੀ ਨੇ, ਪਰ ਉਹ ਜੋ ਚੀਜ਼ ਉਹ ਨਹੀਂ ਹੈਗੀ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਇਸ ਲਈ ਬਸ ਉਹਦਾ ਨਾਮ ਜਪੀ ਜਾਣਾ ਚਾਹੀਦਾ ਹੈ। ਇਹ ਬੰਦੇ ਦੇ ਵਾਸਤੇ ਸਾਰਾ ਕੁਛ ਨਹੀਂ ਹੈ, ਭਾਵੇਂ ਸਭ ਕੁਛ ਉਸਦੇ ਕੋਲ ਹੋਵੇ। ਇੱਕ ਬੰਦਾ 2-3 ਸਾਲਾਂ ਦੀ ਗੱਲ ਹੈ, ਮੇਰੇ ਕੋਲ ਆਇਆ, ਕਹਿੰਦੇ ਬਾਬਾ ਜੀ ਮੇਰੀ ਘਰ ਵਾਲੀ ਦੇ ਸਿਰ 'ਚ ਕੈਂਸਰ ਹੈ। ਡਾਕਟਰਾਂ ਨੇ ਆਪਰੇਸ਼ਨ ਵੀ ਕੀਤਾ, ਹੁਣ ਤੱਕ ਮੇਰਾ 21 ਲੱਖ ਰੁਪਈਆ ਲੱਗ ਗਿਆ ਹੈ, ਪਰ ਉਹ ਠੀਕ ਨਹੀਂ ਹੋਈ। ਅਤੇ ਡਾਕਟਰਾਂ ਨੇ ਜਵਾਬ ਦਿੱਤਾ ਵੀ ਇਸ ਨੂੰ ਲੈ ਜਾਵੋ। ਅਸੀਂ ਉਹਨਾਂ ਕਿਹਾ ਵੀ ਇਹ ਚੀਕਾਂ ਮਾਰਦੀ ਨੂੰ ਦਰਦ ਹੁੰਦਾ, ਸਾਡੇ ਤੋਂ ਸਹਿ ਨਹੀਂ ਹੋਣਾ, ਵੀ ਤੁਸੀਂ ਹਸਪਤਾਲ 'ਚ ਰੱਖੋ, ਅਸੀਂ ਤੁਹਾਨੂੰ ਖਰਚਾ ਦੇ ਜਾਵਾਂਗੇ। ਕਹਿੰਦੇ ਨੇ ਜਵਾਬ ਦਿੱਤਾ ਕਿ ਦੂਜੇ ਮਰੀਜ਼ ਡਿਸਟਰਬ ਹੁੰਦੇ ਨੇ, ਇਹਨੂੰ ਆਪਣੇ ਘਰ ਲੈ ਜਾਓ। ਕਹਿੰਦੇ ਬਾਬਾ ਜੀ ਦੇਖੋ ਇਹਦੀ ਜਾਨ ਕਦੋਂ ਕੁ ਨਿਕਲੇਗੀ। ਬੰਦਾ ਉਹ ਜੀਵ ਜਿਹੜਾ ਬਹੁਤ ਪਿਆਰਾ ਹੁੰਦਾ ਹੈ, ਬੇਵਸ ਹੋਏ, ਉਸ ਤੋਂ ਉਕਤਾ ਜਾਂਦਾ ਅਤੇ ਕਹਿੰਦੇ ਕਦੋਂ ਇਹਦੀ ਜਾਨ ਨਿਕਲੇ, ਸਾਡੀ ਖਲਾਸੀ ਹੋਵੇ। ਸੋ ਸਾਰਾ ਕੁਛ ਮਨੁੱਖ ਦੇ ਵੱਸ 'ਚ ਨਹੀਂ ਹੁੰਦਾ, ਉਹ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ। ਉਹ ਡੁੱਬਦੇ ਨੂੰ ਵੀ ਤਾਰ ਸਕਦਾ ਅਤੇ ਤਰਦੇ ਨੂੰ ਡੋਬ ਸਕਦਾ ਹੁੰਦਾ, ਕੋਈ ਪਤਾ ਨਹੀਂ ਲੱਗਦਾ। ਇਸ ਲਈ ਸਾਡਾ ਫਰਜ਼ ਬਣਦਾ ਬਸ ਉਹਦਾ ਨਾਮ ਜਪੀ ਜਾਓ। ਜੋ ਨੇ ਕਰਨਾ ਉਹਨੇ ਕਰ ਹੀ ਦੇਣਾ ਹੈ। ਪ੍ਰਭ ਆਪਣਾ ਸਾਸ ਸਾਸ ਸੰਭਾਰੋ। ਮੈਂ ਆਪਣੇ ਪਰਮਾਤਮਾ ਨੂੰ ਸਵਾਸ ਸਵਾਸ ਯਾਦ ਕਰਦਾ ਹਾਂ। ਇਹ ਮਤ ਗੁਰ ਪ੍ਰਸਾਦ ਮਨ ਧਾਰੋ। ਗੁਰੂ ਦੀ ਕਿਰਪਾ ਨਾਲ ਇਸ ਮਤ 'ਤੇ ਮੈਂ ਚੱਲ ਰਿਹਾ ਹਾਂ। ਕਿਹੜੀ ਮਤ? ਕਿ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਕਰਨਾ। ਗੁਰੂ ਨੇ ਮੈਨੂੰ ਇਹ ਮਤ ਦਿੱਤੀ ਹੈ, ਮੈਂ ਇਸ ਆਪਣੇ ਮਨ 'ਚ ਧਾਰਨ ਕੀਤਾ ਹੋਇਆ, ਇਸ ਲਈ ਮੈਂ ਸਵਾਸ ਸਵਾਸ ਨਾਮ ਜਪਦਾ ਹਾਂ। ਤੁਮਰੀ ਕਿਰਪਾ 'ਤੇ ਹੋਏ ਪ੍ਰਗਸ, ਸਰਬ ਮਾਇਆ ਪ੍ਰਤੀਪਾਲਾ ਜੀ। ਪ੍ਰਤੀਪਾਲਾ ਪਾਲਣਾ ਪੋਸ਼ਣਾ ਕਰਨ ਵਾਲਾ ਪਰਮਾਤਮਾ। ਮਾਇਆ ਹੁੰਦੀ ਕਿਰਪਾ, ਇੱਕ ਹੁੰਦੀ ਮਾਇਆ, ਉਹ ਮੰਮੀ ਨੂੰ ਕਰਨਾ ਹੁੰਦਾ। ਮਾਇਆ ਕਿਰਪਾ, ਪਰਮਾਤਮਾ ਦੀ ਜੇ ਕਿਰਪਾ ਹੋ ਜਾਏ ਨਾ, ਹੋਏ ਪ੍ਰਗਸ, ਫਿਰ ਉਹਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਕਿਉਂਕਿ ਪਰਮਾਤਮਾ ਦੇ ਸਦਾ ਹੀ ਕਿਰਪਾ ਕਰਦਾ, ਉਹ ਤਾਂ ਸਦਾ ਹੀ ਪਾਲਣਾ ਪੋਸ਼ਣਾ ਕਰਦਾ ਹੈ। ਹੇ ਪਰਮਾਤਮਾ, ਤੁਹਾਡੀ ਕਿਰਪਾ ਦੇ ਨਾਲ ਹੀ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ ਕਿ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਪ੍ਰਤੀਪਾਲਣਾ ਕਰਨ ਵਾਲਾ ਹੈ।
ਸਤ 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 ਪ੍ਰਭ ਸੋਈ। ਸਤ ਹੁੰਦਾ ਸਦੀਵੀ, ਸਦਾ ਰਹਿਣ ਵਾਲਾ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਬਾਕੀ ਸਭ ਕੁਛ ਅਸਤ ਹੈ, ਬਾਕੀ ਸਾਰਾ ਕੁਛ ਨਾਸ਼ਵਾਨ ਹੈ। ਪਰਮਾਤਮਾ ਸਦਾ ਰਹਿਣ ਵਾਲਾ ਹੈ। ਪਰਮਾਤਮਾ ਨੇ ਜੋ ਬਣਾਇਆ ਉਹ ਨਾਸ਼ਵਾਨ ਹੈ, ਉਹ ਨਾਸ਼ਵਾਨ ਹੈ। ਜੋ ਵੀ ਉਸਨੇ ਬਣਾਇਆ ਹੈ, ਜੋ ਵੀ ਉਸਨੇ ਬਣਾਇਆ ਉਸਦੀ ਇੱਕ ਉਮਰ ਹੈ। ਜਿਵੇਂ ਪੱਥਰ ਹੈ, ਇਹਦੀ ਉਮਰ ਸਭ ਤੋਂ ਲੰਮੀ ਹੁੰਦੀ ਹੈ, ਬਾਕੀ ਜੂਨੀਆਂ ਛੋਟੀ ਹੁੰਦੀ। ਕਈ ਜੂਨੀਆਂ ਦੀ ਉਮਰ ਕੁਝ ਦਿਨ ਹੁੰਦੀ ਹੈ, ਕੁਝ ਦੀ ਕੁਝ ਘੰਟੇ ਹੁੰਦੀ ਹੈ, ਕੁਝ ਦੀ ਕੁਝ ਸਾਲ ਹੁੰਦੀ ਹੈ। ਇਸ ਤਰ੍ਹਾਂ ਅੱਡ ਅੱਡ ਜੂਨਾਂ ਨੇ, ਉਹਨਾਂ ਦੀ ਅੱਡ ਅੱਡ ਉਮਰਾਂ ਹਨ। ਪਰ ਜਾਣਾ ਇੱਥੋਂ ਸਭ ਨੇ ਹੈ, ਸਭ ਨੇ ਨਾਸ਼ ਹੋ ਜਾਣਾ ਹੈ। ਇੱਕੋ ਹੀ ਅਬਨਾਸ਼ੀ ਹੈ ਪਰਮਾਤਮਾ। ਸਤ 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 ਪ੍ਰਭ ਸੋਈ। ਸਦਾ ਸਦਾ ਸਦ ਆਪੇ ਹੋਈ। ਉਹ ਸਦਾ ਆਪਣੇ ਆਪ ਤੋਂ ਹੈ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ ਹੈਗਾ। ਅਸੀਂ ਉਸ ਨੂੰ ਬਣਾ ਨਹੀਂ ਸਕਦੇ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ, ਕਿਉਂਕਿ ਸਗੋਂ ਉਸਨੇ ਸਭ ਨੂੰ ਬਣਾਇਆ ਹੈ। ਜੇ ਅਸੀਂ ਪਹਿਲਾਂ ਹੁੰਦੇ ਤੇ ਪਰਮਾਤਮਾ ਬਾਅਦ 'ਚ ਹੁੰਦਾ, ਤਾਂ ਫਿਰ ਤੁਸੀਂ ਕਹਿ ਸਕਦੇ ਅਸੀਂ ਪਰਮਾਤਮਾ ਨੂੰ ਬਣਾਇਆ। ਸਭ ਤੋਂ ਪਹਿਲਾਂ ਪਰਮਾਤਮਾ ਸੀ। ਉਹ ਤੋਂ ਪਹਿਲਾਂ ਤਾਂ ਕੁਛ ਹੈ ਹੀ ਨਹੀਂ ਸੀ, ਉਹ ਤੋਂ ਪਹਿਲਾਂ ਕੁਛ ਨਹੀਂ ਸੀ। ਜਦੋਂ ਗੁਰੂ ਨਾਨਕ ਦੇਵ ਬਗਦਾਦ ਗਏ, ਜਿਹੜਾ ਪੀਰ ਉੱਥੇ ਦਸਤਗੀਰ ਸੀ, ਜਿਹਦੀ ਅਕਾਲ ਤਖਤ ਦੇ ਜਥੇਦਾਰ ਵਾਂਗੂ ਚਲਦੀ ਸੀ, ਉਹ ਗੁਰੂ ਨਾਨਕ ਦੇਵ ਨੂੰ ਪੁੱਛਦਾ ਹੈ ਵੀ ਅੱਲਾ ਤੋਂ ਪਹਿਲਾਂ ਕੀ ਸੀ, ਪਰਮਾਤਮਾ ਤੋਂ ਪਹਿਲਾਂ ਕੀ ਸੀ। ਗੁਰੂ ਮਹਾਰਾਜ ਕਹਿੰਦੇ ਕੁਝ ਦਾਣੇ ਲਿਆਓ, ਮੋਤੀ ਨੇ ਮੋਤੀ ਲੈ ਆਓ, ਨਹੀਂ ਤਾਂ ਕੁਝ ਦਾਣੇ ਲੈ ਆਓ। ਉਹ ਇੱਕ ਥਾਲੀ 'ਚ ਮੋਤੀ ਪਾ ਲਿਆ, ਅਮੀਰ ਸੀ। ਗੁਰੂ ਮਹਾਰਾਜ ਕਹਿੰਦੇ ਪੀਰ ਜੀ ਗਿਣੋ। ਉਹ ਕਹਿੰਦਾ 1 2। ਗੁਰੂ ਮਹਾਰਾਜ ਕੇ ਨਹੀਂ ਪਏ, ਠੀਕ ਗਿਣੋ। ਉਹ ਫਿਰ ਕਹਿੰਦਾ 1 2। ਗੁਰੂ ਮਹਾਰਾਜ ਰੋਤਾ, ਕਹਿੰਦੇ ਪੀਰ ਜੀ ਠੀਕ ਗਿਣੋ। ਕਹਿੰਦੇ ਮੈਂ ਠੀਕ ਹੀ ਗਿਣ ਰਿਹਾ ਜੀ। ਗੁਰੂ ਮਹਾਰਾਜ ਕਹਿੰਦੇ ਤੁਸੀਂ 1 ਤੋਂ ਗਿਣਨ ਲੱਗੇ ਹੋ। 1 ਤੋਂ ਪਹਿਲਾਂ ਕੀ ਹੁੰਦਾ ਹੈ? ਕਹਿੰਦੇ ਜੀ 1 ਤੋਂ ਪਹਿਲਾਂ ਤਾਂ ਕੁਛ ਨਹੀਂ ਹੁੰਦਾ। ਕਹਿੰਦੇ ਬਸ ਅੱਲਾ ਤੋਂ ਪਹਿਲਾਂ ਵੀ ਕੁਛ ਨਹੀਂ ਸੀ। ਜੋ ਕੁਛ ਹੋਇਆ ਅੱਲਾ ਤੋਂ ਬਾਅਦ ਹੀ ਹੋਇਆ। ਇਸ ਲਈ ਸਾਰਾ ਕੁਛ ਪਰਮਾਤਮਾ ਨੇ ਬਣਾਇਆ, ਅਤੇ ਉਹਨੇ ਜੋ ਬਣਾਇਆ ਉਹ ਨਾਸ਼ਵਾਨ ਬਣਾਇਆ ਹੈ। ਹਰ ਇੱਕ ਦੀ ਉਮਰ ਹੈ। ਜੇ ਗੁਰੂ ਮਹਾਰਾਜ ਕਹਿੰਦੇ ਸਦ ਸਦਾ ਸਦ ਆਪੇ ਹੋਈ। ਪਰਮਾਤਮਾ ਸਦਾ ਸਦਾ ਸਦ ਆਪੇ ਹੋਈ। ਪਰਮਾਤਮਾ ਸਦਾ ਹੀ ਆਪਣੇ ਆਪ ਤੋਂ ਹੈ। ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭੈ ਨਿਹਾਲਾ ਜੀ। ਹੇ ਪਿਆਰੇ ਪ੍ਰਭੂ, ਤੇਰੇ ਚਲਿੱਤਰ ਵੇਖ ਕੇ, ਤੇਰੇ ਚੋਜ ਵੇਖ ਕੇ ਕਹਿੰਦੇ ਮੈਂ ਨਿਹਾਲ ਹੋ ਗਿਆ ਹਾਂ। ਪਾ ਮੇਰਾ ਮਨ ਬੜਾ ਖੁਸ਼ ਹੈ ਤੇਰੇ ਚੋਜ ਵੇਖ ਕੇ, ਵੀ ਤੂੰ ਚੋਜੀ ਹੈ। ਮਾਝ ਮਹਿਲਾ ਪੰਜਵਾਂ। ਹੁਕਮੀ ਵਰਸਣ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ। ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਆ। ਉਹ ਠਾਂਡ ਤੋਂ ਮੈਨੂੰ ਯਾਦ ਆ ਗਿਆ। ਕਈ ਵਾਰ ਮੈਂ ਸੁਖਣੀ ਸਦਾ ਪਾਠ ਸੁਣਦਾ, ਉਹ 'ਚ ਕਈ ਬੀਬੀਆਂ ਪੜ੍ਹ ਰਹੀਆਂ ਸਿਰ ਉੱਪਰ ਠਾਂਡਾ ਗੁਰਸੂਰਾ। ਕਈ ਵਾਰ ਸਾਨੂੰ ਅਰਥ ਨਹੀਂ ਆਉਂਦੇ। ਠਾਡਾ ਹਰਿਆਣੇ ਦਾ ਅਤੇ ਰਾਜਸਥਾਨੀ ਸ਼ਬਦ ਹੈ, ਜਿਹਦਾ ਅਰਥ ਹੈ ਖੜ੍ਹਾ। ਸਾਡੇ ਸਿਰ 'ਤੇ ਬਹਾਦਰ ਗੁਰੂ ਖੜ੍ਹਾ ਹੈ, ਪਰ ਨਾ ਪਤਾ ਹੁਣ ਕਿ ਉਹਨੂੰ ਕਹਿ ਸਿਰ ਉੱਪਰ ਠਾਂਡਾ ਗੁਰਸੂਰਾ, ਔਰ ਬੇਅੰਤ ਲੋਕ ਉਹਨੂੰ ਠਾਂਡਾ ਹੀ ਪੜ੍ਹਦੇ। ਇਸ ਲਈ ਕਈ ਵਾਰੀ ਪਤਾ ਨਹੀਂ ਹੁੰਦਾ। ਇਹ ਹੈ ਠਾਂਡ ਪਾਈ ਪ੍ਰਭ ਆਪੇ ਜੀਓ। ਇਹਨੂੰ ਠਾਂਡ ਪੜ੍ਹਨਾ, ਬਿੰਦੀ ਲਾ ਕੇ ਪੜ੍ਹਨਾ। ਸਭ ਕੁਛ ਬਹੁਤ ਬਹੁਤ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਧਰਾਪੇ ਜੀਓ। ਸੱਚਾ ਸਾਹਿਬ ਸੱਚੀ ਨਾਈ, ਗੁਰ ਪ੍ਰਸਾਦ ਤੇ ਸਦਾ ਧਿਆਈ। ਜਨਮ ਮਰਨ ਪੈ ਕਾਟੇ ਮੋਹਾ,
ਬਿਨਸੇ ਸੋਗ ਸੰਤਾਪੇ ਜੀਓ। ਸਾਸ ਸਾਸ ਨਾਨਕ ਸਾ ਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ। ਪੂਰਨ ਆਸ ਕਰੀ ਖਿਨ ਭੀਤਰ, ਹਰ 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 ਗੁਣ ਜਾਪੇ ਜੀਓ। ਪੰਚਮ ਪਾਤਸ਼ਾਹ ਹੁਕਮੀ ਵਰਸਣ ਲਾਗੇ ਮੇਹਾ। ਮੇਹਾ ਹੁੰਦਾ ਮੀਂਹ। ਭਾਵ ਪਰਮਾਤਮਾ ਦੇ ਹੁਕਮ ਨਾਲ ਕਹਿੰਦੇ ਨਾਮ ਦੀ ਵਰਖਾ ਹੋਣ ਲੱਗ ਪਈ। ਕਿਉਂ ਹੋਣ ਲੱਗੀ? ਸਾਜਨ ਸੰਤ ਮਿਲ ਨਾਮ ਜਪਿਆ। ਜਦੋਂ ਸੱਜਣਾ ਮਿੱਤਰਾਂ ਸੰਤਾਂ ਨੇ ਰਲ ਕੇ ਨਾਮ ਜਪਿਆ ਨਾ, ਕਹਿੰਦੇ ਪਰਮਾਤਮਾ ਦੇ ਹੁਕਮ ਅੰਮ੍ਰਿਤ ਦੀ ਵਰਖਾ ਹੋਣ ਲੱਗ ਪਈ। ਨਾਮ ਅੰਮ੍ਰਿਤ ਦੀ ਵਰਖਾ ਹੋਣ ਲੱਗ ਪਈ। ਸੀਤਲ ਸ਼ਾਂਤ ਸਹਿਜ ਸੁਖ ਪਾਇਆ। ਫਿਰ ਕਿ ਉਸ ਨਾਮ ਵਰਖਾ ਦੇ ਨਾਲ ਮਨ ਸੀਤਲ ਹੋ ਗਿਆ, ਸ਼ਾਂਤ ਹੋ ਗਿਆ, ਸਹਿਜ ਅਵਸਥਾ ਪੈਦਾ ਹੋ ਗਈ ਹੈ, ਸੁਖ ਪ੍ਰਾਪਤ ਹੋ ਗਿਆ। ਠੰਡ ਪਾਈ ਪ੍ਰਭ ਆਪੇ ਜੀਓ। ਪਰਮਾਤਮਾ ਨੇ ਆਪ ਹੀ ਸਭ ਪਾਸੇ ਠੰਡ ਵਰਤਾਤੀ ਹੈ। ਉਹ ਠੰਡ ਨਹੀਂ ਜਿਹੜੀ ਸਰਦੀਆਂ 'ਚ ਲੱਗਦੀ ਨਹੀਂ, ਭਾਵ ਮਨ ਸ਼ਾਂਤ ਹੋ ਗਿਆ। ਸਭ ਕੁਛ ਬਹੁਤ ਬਹੁਤ ਉਪਾਇਆ। ਪਰਮਾਤਮਾ ਨੇ ਸਾਰਾ ਕੁਝ ਬਹੁਤ ਪੈਦਾ ਕੀਤਾ। ਇਹ ਤਾਂ ਸਾਡੀ ਕਹਾਣੀ ਵੰਡ ਕਾਰਨ ਕਿਸੇ ਕੋਲੇ ਬਹੁਤ ਹੋ ਗਿਆ ਅਤੇ ਕਿਸੇ ਕੋਲੇ ਥੋੜ੍ਹਾ ਹੋ ਗਿਆ। ਪਰਮਾਤਮਾ ਨੇ ਬਹੁਤ ਪੈਦਾ ਕੀਤਾ ਹੈ। ਕਰ ਕਿਰਪਾ ਪ੍ਰਭ ਸਗਲ ਰਜਾਇਆ। ਪਰਮਾਤਮਾ ਨੇ ਕਿਰਪਾ ਕੀਤੀ, ਸਾਰੇ ਦੇ ਮਨ ਰਜਾਤੇ ਨੇ, ਕਿਉਂਕਿ ਪਰਮਾਤਮਾ ਨੇ ਇੰਨੀ ਨਾਮ ਦੀ ਵਰਖਾ ਕੀਤੀ ਕਿ ਮਨ ਤ੍ਰਿਪਤ ਹੋ ਗਿਆ, ਮਨ ਰੱਜ ਗਿਆ। ਦਾਤ ਕਰੋ ਮੇਰੇ ਦਾਤਾਰਾ, ਜੀ ਜੰਤ ਸਭ ਤਰਾਪੇ ਜੀਓ। ਹੇ ਮੇਰੇ ਦਾਤੇ, ਮੇਰੇ ਤੁਸੀਂ ਦਾਤ ਕਰੋ ਮੇਰੇ ਦਾਤਾਰਾ। ਹੇ ਮੇਰੇ ਦਾਤਾਰਾ, ਤੁਸੀਂ ਜੀਵਾਂ ਨੂੰ ਨਾਮ ਦੀ ਦਾਤ ਦਿਓ। ਫਿਰ ਕਹੇਗਾ ਜੀ ਜੰਤ ਸਭ ਤਰਾਪੇ ਜੀ। ਤਰਾਪੇ ਦੇ ਰੱਜ ਜਾਣ ਸਾਰੇ ਜੀਵ ਜੰਤੂ, ਤੇਰਾ ਨਾਮ ਜਪ ਕੇ ਮਾਨਸਿਕ ਤੌਰ 'ਤੇ ਰੱਜ ਜਾਣਗੇ। ਦੋ ਪ੍ਰਕਾਰ ਦੀ ਭੁੱਖ ਹੁੰਦੀ ਹੈ। ਇੱਕ ਸਰੀਰ ਦੀ ਹੁੰਦੀ ਹੈ ਜਿਹੜੀ ਰੋਟੀ ਪਾਣੀ ਨਾਲ ਲੈਂਦੀ ਹੈ। ਇੱਕ ਮਨ ਦੀ ਭੁੱਖ ਹੈ, ਉਹ ਨਾਮ ਜਪਣ ਨਾਲ ਲੈਂਦੀ ਹੈ। ਤਰਾਪੇ ਦਾ ਰੱਜ ਜਾਣਾ। ਸੱਚਾ ਸਾਹਿਬ ਸੱਚੀ ਨਾਈ। ਨਾਈ ਹੁੰਦਾ ਵਡਿਆਈ। ਪੂਰਾ ਸ਼ਬਦ ਹੈ ਅਸ਼ਨਾਈ। ਫਾਰਸੀ ਦਾ ਪੂਰਾ ਸ਼ਬਦ ਹੈ ਅਸ਼ਨਾਈ। ਆੜਾ ਸੱਸੇ ਦੇ ਪੈਰ 'ਚ ਬਿੰਦੀ, ਨੰਨੇ ਨੂੰ ਕੰਨਾ, ਈੜੀ ਨੂੰ ਪੈਰ। ਅਸ਼ਨਾਈ ਤੋਂ ਛੋਟਾ ਗੁਰਬਾਣੀ 'ਚ ਬਣਿਆ ਸਨਾਈ। ਸਨਾਈ ਤੋਂ ਛੋਟਾ ਬਣਿਆ ਨਾਈ। ਅਸ਼ਨਾਈ ਦਾ ਅਰਥ ਹੈ ਵਡਿਆਈ। ਫਾਰਸੀ ਦਾ ਸ਼ਬਦ ਹੈ ਅਸ਼ਨਾਈ, ਉਹਦਾ ਅਰਥ ਹੈ ਵਡਿਆਈ। ਉਸ ਤੋਂ ਛੋਟਾ ਬਣਿਆ ਸਨਾਈ, ਉਸ ਤੋਂ ਛੋਟਾ ਬਣਿਆ ਨਾਈ। ਇੱਕ ਨਾਈ ਜਾਤ ਹੁੰਦੀ ਹੈ, ਇੱਥੇ ਨਾਈ ਦਾ ਮਤਲਬ ਵਡਿਆਈ। ਸੱਚਾ ਸਾਹਿਬ ਸੱਚੀ ਨਾਈ। ਪਰਮਾਤਮਾ ਸਦਾ ਰਹਿਣ ਵਾਲਾ ਹੈ, ਉਹਦੀ ਵਡਿਆਈ ਵੀ ਸਦਾ ਰਹਿਣ ਵਾਲੀ ਹੈ। ਗੁਰ ਪ੍ਰਸਾਦ ਤੇ ਸਦਾ ਧਿਆਈ। ਜਿਸ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਉਹ ਸਦਾ ਹੀ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ। ਜਨਮ ਮਰਨ ਪੈ ਕਾਟੇ ਮੋਹਾ, ਬਿਨਸੇ ਸੋਗ ਸੰਤਾਪੇ ਜੀਓ। ਫਿਰ ਜਿਹੜਾ ਸਦਾ ਹੀ ਪਰਮਾਤਮਾ ਨੂੰ ਧਿਆਉਂਦਾ ਹੈ, ਜੰਮਣ ਮਰਨ ਉਹਦਾ ਭੈ ਜਿਹੜਾ ਡਰ ਹੈ ਉਹ ਖਤਮ ਹੋ ਜਾਂਦਾ ਹੈ। ਉਹਦੇ ਅੰਦਰ ਜਿਹੜਾ ਮੋਹ ਮਾਇਆ ਸੀ ਉਹ ਖਤਮ ਹੋ ਜਾਂਦੀ ਹੈ। ਬਿਨਸੇ ਸੋਗ ਸੰਤਾਪੇ, ਉਹ ਜਿਹੜਾ ਦੁੱਖ ਸੀ, ਜੋ ਮਾਨਸਿਕ ਦੁੱਖ ਕਰਕੇ ਉਹ ਉਦਾਸ ਰਹਿੰਦਾ ਸੀ, ਉਹ ਸਾਰੇ ਸੰਤਾਪ, ਸਾਰੇ ਸੋਗ ਖਤਮ ਹੋ। ਕੀਤਾ ਕੀ? ਪਰਮਾਤਮਾ ਦੀ ਵਡਿਆਈ ਕੀਤੀ। ਬਸ ਆ ਵਾਹਿਗੁਰੂ ਵਾਹਿਗੁਰੂ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ। ਕੀਰਤਨ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ। ਕਥਾ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ। ਪਾਠ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ। ਸਿਮਰਨ ਕਰਨਾ, ਪਰਮਾਤਮਾ ਦੀ ਵਡਿਆਈ ਕਰਨਾ। ਸੋ ਪਰਮਾਤਮਾ ਦੀ ਵਡਿਆਈ ਕਰ ਕਰਕੇ ਸਭ ਦੁੱਖ ਸੰਤਾਪ ਖਤਮ ਹੋ ਗਏ। ਸਾਸ ਸਾਸ ਨਾਨਕ ਸਾ ਲਾਹੇ। ਗੁਰੂ ਮਹਾਰਾਜ ਕਹਿੰਦੇ ਜਿਹੜਾ ਵੀ ਸਵਾਸ ਨਾਨਕ ਅੱਕੇ ਨੂੰ ਔਂਕੜ ਲੱਗਾ, ਇੱਥੇ ਮੈਂ ਦੀ ਭਾਵਨਾ। ਗੁਰੂ ਮਹਾਰਾਜ ਕਹਿੰਦੇ ਅਸੀਂ ਸਵਾਸ ਸਵਾਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ। ਸਿਮਰਤ ਨਾਮ ਕਾਟੇ ਸਭ ਪਾਏ। ਨਾਮ ਜਪ ਜਪ ਕੇ ਅਸੀਂ ਸਾਰੇ ਮੋਹ ਮਾਇਆ ਦੇ ਫਾਹੇ ਫਾਹੀਆਂ ਕੱਟ ਦਿੱਤੀਆਂ। ਪੂਰਨ ਆਸ ਕਰੀ ਖਿਨ ਭੀਤਰ,
ਹਰ 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 ਗੁਣ ਜਪੇ ਜੀ। ਜਦੋਂ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਜਪਦਾ ਹੈ, ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਦੀ ਆਸ 1 ਸੈਕਿੰਡ ਖਿੰਨਪਿਤ 1 ਸੈਕਿੰਡ ਦੇ ਵਿੱਚ ਪੂਰੀ ਕਰ ਦਿੰਦਾ ਹੈ। ਸੋ ਜਿਹੜਾ ਸਵਾਸ ਪਰਮਾਤਮਾ ਦਾ ਨਾਮ ਜਪਦਾ ਨਾ, ਉਹਦੇ ਨਾਮ ਸਿਮਰਨ ਦੇ ਨਾਲ ਸਾਰੀ ਮੋਹ ਮਾਇਆ ਦੀ ਫਾਹੀਆਂ ਕੱਟੀਆਂ ਜਾਂਦੀਆਂ ਹਨ। ਉਹਦੀ ਆਸ ਪਰਮਾਤਮਾ 1 ਸੈਕਿੰਡ ਵਿੱਚ ਪੂਰੀ ਕਰ ਦਿੰਦਾ ਹੈ, ਕਿਉਂਕਿ ਉਹ ਹਰੀ ਦੇ ਗੁਣਾਂ ਦਾ ਜਾਪ ਕਰਦਾ ਰਹਿੰਦਾ, ਪਰਮਾਤਮਾ ਜਾਪ ਕਰਦਾ ਰਹਿੰਦਾ। ਸੋ ਸਤਿਕਾਰਯੋਗ ਸਾਧ ਸਿੰਘ, ਸਾਨੂੰ ਵੀ ਜਿੰਨਾ ਪਰਮਾਤਮਾ ਨੇ ਸਮਾਂ ਦਿੱਤਾ ਹੈ, ਕੰਮਾਂ ਧੰਦਿਆਂ ਤੋਂ ਬਾਅਦ ਕੁਝ ਵਿਹਲਾ ਸਮਾਂ ਵੀ ਮਨੁੱਖ ਕੋਲ ਜ਼ਰੂਰ ਹੁੰਦਾ ਹੈ। ਜਿੰਨਾ ਵੀ ਸਮਾਂ ਮਿਲੇ ਉਹ ਜ਼ਰੂਰ ਸਾਤਸੰਗ ਕਰਨੀ ਚਾਹੀਦੀ ਹੈ, ਪਰਮਾਤਮਾ ਦੀ ਭਜਨ ਬੰਦਗੀ ਕਰਨੀ ਚਾਹੀਦੀ ਹੈ। ਕਬੀਰ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਨੇ, ਏਕ ਘੜੇ ਆਦਿ ਕਰੇ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟ ਜੋ ਕਿਨੋ ਸੁਲਭ। ਕਹਿੰਦੇ 24 ਮਿੰਟ ਭਜਨ ਬੰਦਗੀ ਸਾਤਸੰਗ ਕਰੋ, 24 ਨਹੀਂ ਮਿਲਦੀ ਅੱਧੀ ਘੜੀ 12 ਮਿੰਟ ਹੀ ਸਹੀ, ਜੇ 12 ਮਿੰਟ ਨਹੀਂ ਮਿਲਦੀ 6 ਮਿੰਟ ਹੀ ਸਹੀ। ਜਿੰਨਾ ਵੀ ਸਮਾਂ ਭਜਨ ਬੰਦਗੀ 'ਤੇ ਬਿਤਾਇਆ ਜਾਏਗਾ ਉਹਦਾ ਲਾਭ ਹੀ ਲਾਭ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।